ਮੇਰੇ ਬਹੁਤ ਹੀ ਸਤਿਕਾਰਯੋਗ ਮੁਅੱਜ਼ਿਜ਼ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਪਵਿੱਤਰ ਫਤਿਹ ਬੁਲੰਦ ਕਰੀਏ। ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਦਿਨਾਂ ਤੋਂ ਜਿੰਨੇ ਵੀ ਆਪ ਵੀਰ ਮੀਡੀਆ ਦੇ ਨਾਲ, ਖਾਸ ਕਰਕੇ ਸਮਾਜਿਕ ਮਾਧਿਅਮ ਦੇ ਨਾਲ ਜੁੜੇ ਹੋਏ ਹੋ, ਤੁਸੀਂ ਸਾਰੇ ਹੀ ਜਾਣਦੇ ਹੋ ਕਿ ਜ਼ਫਰਨਾਮਾ ਦਾ ਮੁੱਦਾ ਬਹੁਤ ਭਖਿਆ ਹੋਇਆ ਹੈ। ਆਰੰਭਤਾ ਉਸ ਵੇਲੇ ਹੋਈ ਜਿਸ ਵੇਲੇ ਪੰਜਾਬੀ ਗਾਇਕ ਡਾਕਟਰ ਸਤਿੰਦਰ ਸਰਤਾਜ ਦੇ ਵੱਲੋਂ ਜ਼ਫਰਨਾਮੇ ਦਾ ਗਾਇਨ ਕੀਤਾ ਗਿਆ, ਔਰ ਉਸ ਤੋਂ ਕੁਝ ਦਿਨਾਂ ਬਾਅਦ ਹੀ ਇੱਕ ਲਿਖਤੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਕੋਲ ਪਹੁੰਚੀ। ਕੁਦਰਤਨ ਅਕਾਲ ਤਖਤ ਸਾਹਿਬ ਸਕੱਤਰੇਤ ਦੇ ਵਿੱਚ ਇੱਕ ਮੀਟਿੰਗ ਚੱਲ ਰਹੀ ਸੀ, ਜਿਸ ਦੇ ਵਿੱਚ ਮੈਂ ਵੀ ਸ਼ਿਰਕਤ ਕੀਤੀ। ਤਾਂ ਮੈਨੂੰ ਸਿੰਘ ਸਾਹਿਬ ਦੇ ਵੱਲੋਂ ਇਹ ਆਦੇਸ਼ ਹੋਇਆ ਕਿ ਇਹ ਜਿਹੜੀ ਸ਼ਿਕਾਇਤ ਆਈ ਹੈ, ਤੁਸੀਂ ਪੁਰਾਤਨ ਖਰੜਿਆਂ ਦੇ ਆਧਾਰ ਦੇ ਉੱਪਰ ਇਸ ਦਾ ਜਿਹੜਾ ਹੈ ਜਵਾਬ ਤਿਆਰ ਕਰੋ ਕਿ ਜੇਕਰ ਗਾਇਕ ਡਾਕਟਰ ਸਤਿੰਦਰ ਸਰਤਾਜ ਨੇ ਆਪਣੀ ਗਾਇਕੀ ਦੇ ਦੌਰਾਨ ਕੋਈ ਕੋਤਾਹੀ ਉਚਾਰਨ ਦੇ ਵਿੱਚ, ਗਾਇਨ ਦੇ ਵਿੱਚ ਜਾਂ ਲਿਖਤ ਦੇ ਵਿੱਚ ਵਰਤੀ ਹੈ, ਤਾਂ ਉਸ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਸਕਣ ਕਿ ਉਸ ਦੇ ਵਿੱਚ ਉਹ ਦੁਬਾਰਾ ਸੁਧਾਈ ਕਰਕੇ ਉਸ ਦਾ ਦੁਬਾਰਾ ਗਾਇਨ ਕਰੇ। ਤੇ ਜੇਕਰ ਉਸ ਦੀ ਗਾਇਨ ਵਿਧੀ ਔਰ ਜਿਹੜੀ ਲਿਖਣ ਸ਼ੈਲੀ ਹੈ ਔਰ ਉਸ ਦਾ ਜਿਹੜਾ ਉਚਾਰਨ ਹੈ, ਜੇਕਰ ਉਹ ਪੁਰਾਤਨ ਜਿਹੜੇ ਖਰੜੇ ਨੇ ਉਹਨਾਂ ਦੇ ਅਨੁਕੂਲ ਹੈ, ਤਾਂ ਫਿਰ ਅਸੀਂ ਜਿਹੜਾ ਹੈ ਉਸ ਦਾ ਜਿਹੜੀ ਉਹ ਸ਼ਿਕਾਇਤ ਹੈ ਉਸ ਦਾ ਜਵਾਬ ਜਿਹੜੀ ਹੈ ਉਹ ਤਿਆਰ ਕਰ ਦਿੱਤੀ ਜਾਵੇ। ਸੋ ਸਿੰਘ ਸਾਹਿਬ ਦੇ ਵੱਲੋਂ ਪਹਿਲਾਂ ਤਾਂ ਮੈਨੂੰ ਇਹ ਹੁਕਮ ਹੋਇਆ ਸੀ ਕਿ ਇਹ ਲਿਖਤੀ ਸ਼ਿਕਾਇਤ ਹੈ ਤੇ ਲਿਖਤੀ ਰੂਪ ਦੇ ਵਿੱਚ ਹੀ ਪੁਰਾਤਨ ਜਿਹੜੀਆਂ ਹੱਥ ਲਿਖਤਾਂ ਜਾਂ ਜਿਹੜੇ ਪੁਰਾਤਨ ਖਰੜੇ ਨੇ ਉਹਨਾਂ ਨੂੰ ਆਧਾਰ ਬਣਾ ਕੇ ਇਸ ਦਾ ਜਿਹੜਾ ਹੈ ਲਿਖਤੀ ਜਵਾਬ ਅਕਾਲ ਤਖਤ ਸਾਹਿਬ ਦੇ ਉੱਪਰ ਜਿਹੜਾ ਉਹ ਸਬਮਿਟ ਕੀਤਾ ਜਾਵੇ। ਪਰ ਉਸ ਤੋਂ ਕੁਝ ਦਿਨਾਂ ਬਾਅਦ ਹੀ ਮੀਡੀਆ ਦੇ ਵਿੱਚ ਇੱਕ ਵੀਡੀਓ ਆ ਗਈ, ਜਿਸ ਦੇ ਵਿੱਚ ਡਾਕਟਰ ਸਤਿੰਦਰ ਸਰਤਾਜ ਦੇ ਵੱਲੋਂ ਜਿਹੜਾ ਜ਼ਫਰਨਾਮਾ ਗਾਇਆ ਗਿਆ ਸੀ, ਉਸ ਦੇ ਉੱਪਰ ਕਾਫੀ ਜਿਹੜੇ ਸਵਾਲ ਸੀ ਜਾਂ ਕਿੰਤੂ ਪਰੰਤੂ ਸੀ ਉਹ ਖੜੇ ਕੀਤੇ ਗਏ। ਤੇ ਉਸ ਤੋਂ ਬਾਅਦ ਮੈਂ ਫਿਰ ਸਿੰਘ ਸਾਹਿਬ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਤੁਸੀਂ ਲਿਖਤੀ ਰਿਪੋਰਟ ਤਿਆਰ ਕਰ ਰਹੇ ਸੀ, ਉਹਦੇ ਆਧਾਰ ਦੇ ਉੱਪਰ ਤੁਸੀਂ ਇੱਕ ਵੀਡੀਓ ਵੀ ਜਿਹੜੀ ਹੈ ਉਹ ਜਾਰੀ ਕਰ ਦਿਓ ਕਿ ਸਤਿੰਦਰ ਸਰਤਾਜ ਨੇ ਜਿਹੜਾ ਜ਼ਫਰਨਾਮੇ ਦਾ ਗਾਇਨ ਕੀਤਾ ਹੈ, ਉਸ ਦੇ ਵਿੱਚ ਉਚਾਰਨ ਦੇ ਵਿੱਚ ਜਾਂ ਉਸ ਦੀ ਲੇਖਣੀ ਦੇ ਵਿੱਚ ਕੋਈ ਅਸ਼ੁੱਧੀਆਂ ਨੇ ਜਾਂ ਅਸ਼ੁੱਧੀਆਂ ਨਹੀਂ ਹੈਗੀਆਂ, ਜਾਂ ਜਿਹੜੇ ਪੁਰਾਤਨ ਖਰੜੇ, ਹੱਥ ਲਿਖਤ ਖਰੜੇ ਜਿਨ੍ਹਾਂ ਦੇ ਵਿੱਚ ਉਰਦੂ ਦੇ ਖਰੜੇ ਵੀ ਆ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਫਾਰਸੀ ਦੇ ਖਰੜੇ ਵੀ ਆ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਗੁਰਮੁਖੀ ਦੇ ਖਰੜੇ ਵੀ ਆ ਜਾਂਦੇ ਨੇ, ਹੱਥ ਲਿਖਤ ਜਿਹੜੀਆਂ ਮੈਨੂਸਕ੍ਰਿਪਟ ਨੇ ਉਹ ਵੀ ਆ ਜਾਂਦੀਆਂ ਨੇ, ਪੱਥਰ ਛਾਪੇ ਦੇ ਖਰੜੇ ਵੀ ਆ ਜਾਂਦੇ ਨੇ, ਉਹਨਾਂ ਦਾ ਆਧਾਰ ਬਣਾ ਕੇ ਜਿਹੜਾ ਹੈ ਇਸ ਦਾ ਜਵਾਬ ਜਿਹੜਾ ਉਹ ਜ਼ਰੂਰ ਇੱਕ ਵੀਡੀਓ ਦੇ ਰਾਹੀਂ ਤਿਆਰ ਕੀਤਾ ਜਾਵੇ, ਕਿਉਂਕਿ ਸੰਗਤ ਦੇ ਮਨ ਦੇ ਵਿੱਚ ਜੇ ਕੋਈ ਭੰਬਲ ਭੂਸਾ ਪੈਦਾ ਹੋ ਗਿਆ ਤਾਂ ਉਹ ਵੀ ਖਤਮ ਹੋ ਸਕੇ। ਤੇ ਜੇਕਰ ਉਹਨਾਂ ਦੀ ਗਾਇਨ ਵਿਧੀ ਦੇ ਵਿੱਚ ਜਾਂ ਉਹਨਾਂ ਦੀ ਲਿਖਤ ਦੇ ਵਿੱਚ ਜਾਂ ਕੋਈ ਲਿਖਣ ਸ਼ੈਲੀ ਦੇ ਵਿੱਚ ਜੇ ਕੋਈ ਅਸ਼ੁੱਧੀ ਜਾਂ ਕੋਈ ਤਰੁੱਟੀ ਹੈ ਤੇ ਉਸ ਦੇ ਬਾਰੇ ਉਹਨਾਂ ਨੂੰ ਪੱਤਰ ਲਿਖ ਕੇ ਜਿਹੜਾ ਉਹ ਮੁਖਾਤਬ ਹੋ ਕੇ ਉਹਨਾਂ ਨੂੰ ਉਸ ਵਿੱਚ ਸੋਧ ਕਰਨ ਦੇ ਵਾਸਤੇ ਜਿਹੜੀ ਆ ਉਹ ਹਦਾਇਤ ਜਾਰੀ ਕੀਤੀ ਜਾਵੇ। ਸੋ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰ ਦੇਵਾਂ ਕਿ ਮੈਂ ਸੋਚਦਾ ਹਾਂ ਕਿ ਸਤਿੰਦਰ ਸਰਤਾਜ ਹੁਣਾਂ ਵੱਲੋਂ ਜਦੋਂ ਜ਼ਫਰਨਾਮੇ ਦਾ ਗਾਇਨ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਇੱਕ ਵੀਰ ਦੇ ਵੱਲੋਂ ਵੀਡੀਓ ਆਈ ਹੈ ਕਿ ਸਤਿੰਦਰ ਸਰਤਾਜ ਦੇ ਵੱਲੋਂ ਗਾਏ ਗਏ ਜਿਹੜਾ ਜ਼ਫਰਨਾਮਾ ਹੈ, ਜਿਸ ਨੂੰ ਅਸੀਂ ਐਪੀਸਟਾਈਲ ਆਫ ਵਿਕਟਰੀ ਕਹਿੰਦੇ ਹਾਂ ਸਾਰੇ ਸਰੋਤਾਂ ਦੇ ਵਿੱਚ, ਕਿ ਗੁਰੂ ਸਾਹਿਬ ਦੇ ਵੱਲੋਂ ਔਰੰਗਜ਼ੇਬ ਨੂੰ ਲਿਖਿਆ ਹੋਇਆ ਇੱਕ ਇਤਿਹਾਸਕ ਜਿੱਤ ਦਾ ਪੱਤਰ, ਕਿ ਉਹਦੇ ਵਿੱਚ ਜਿਹੜੀਆਂ ਪੌਣੇ 300 ਦੇ ਕਰੀਬ ਅਸ਼ੁੱਧੀਆਂ ਨੇ। ਸੋ ਉਸ ਤੋਂ ਬਾਅਦ ਇਹ ਹੋਰ ਵੀ ਜ਼ਰੂਰੀ ਹੋ ਗਿਆ ਸੀ ਕਿ ਜਿਹੜੇ ਵੀਰ ਨੇ ਇਹਨਾਂ ਅਸ਼ੁੱਧੀਆਂ ਦੀ ਜਾਂ ਲਿਖਤ ਦੇ ਵਿੱਚ ਤਰੁੱਟੀਆਂ ਦੀ ਗੱਲ ਕੀਤੀ ਹੈ, ਉਹਨਾਂ ਨੇ ਕੇਸ ਖਰੜੇ ਨੂੰ ਆਧਾਰ ਲਿਆ ਹੈ ਤੇ ਸਤਿੰਦਰ ਸਰਤਾਜ ਹੁਣਾਂ ਨੇ ਆਪਣੀ ਗਾਇਕੀ ਔਰ ਲਿਖਣ ਸ਼ੈਲੀ ਦੇ ਵਿੱਚ ਕੇਸ ਖਰੜੇ ਨੂੰ ਆਧਾਰ ਲਿਆ ਹੈ। ਸੋ ਇਹ ਬਹੁਤ ਜ਼ਰੂਰੀ ਸੀ ਕਿ ਸੰਗਤ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਭੰਬਲ ਭੂਸਾ ਪੈਦਾ ਹੋ ਗਿਆ ਸੀ ਤੇ ਉਸ ਦੇ ਉੱਪਰ ਇਹ ਵਿਚਾਰ ਕਰਨੀ ਜਿਹੜੀ ਹੈ ਉਹ ਬਹੁਤ ਹੀ ਜ਼ਰੂਰਤ ਬਣ ਗਈ ਸੀ ਇਸ ਦੀ ਕਿ ਸੰਗਤ ਤੱਕ ਅਸਲੀਅਤ ਕੀ ਹੈ ਉਸ ਨੂੰ ਪਹੁੰਚਾਇਆ ਜਾ ਸਕੇ। ਸੋ ਮੈਂ ਉਸ ਵੀਰ ਦਾ ਇੱਕ ਪੱਖ ਤੋਂ ਤਾਂ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਜ਼ਫਰਨਾਮੇ ਦੇ ਉੱਪਰ ਇੱਕ ਚਰਚਾ ਨੂੰ ਜਨਮ ਦਿੱਤਾ ਹੈ, ਪਰ ਜਿੱਥੇ ਮੈਂ ਸੋਚਦਾ ਹਾਂ ਕਿ ਚਰਚਾ ਨੂੰ ਇੱਕ ਬਹੁਤ ਹੀ ਉਸਾਰੂ ਰੂਪ ਦੇ ਵਿੱਚ ਇੱਕ ਵੱਡੇ ਪੱਧਰ ਦੇ ਉੱਪਰ
ਕੰਸਟਰਕਟਿਵ ਡਿਬੇਟ ਜਿਹੜੀ ਹੈ ਉਹ ਸਿਰਜੀ ਜਾਣੀ ਚਾਹੀਦੀ ਸੀ। ਪਰ ਮੈਨੂੰ ਅਫਸੋਸ ਹੈ ਕਿ ਉਸ ਵੀਰ ਨੇ ਉਸ ਗੋਸ਼ਟੀ ਦਾ ਜਿਹੜਾ ਮਿਆਰ ਹੈ ਉਹ ਬਹੁਤ ਹੀ ਮਤਲਬ ਕਿ ਮੈਂ ਕਹੂੰਗਾ ਕਿ ਸਕਾਲਰ ਵਾਲੀ ਗੱਲ ਨਹੀਂ, ਇੱਕ ਆਮ ਸਿੱਖ ਤੋਂ ਵੀ ਨੀਵਾਂ ਰੱਖਿਆ, ਜਿਸ ਦਾ ਮੈਨੂੰ ਬਹੁਤ ਅਫਸੋਸ ਹੈ। ਹੁਣ ਸਭ ਤੋਂ ਪਹਿਲਾਂ ਤਾਂ ਅਸੀਂ ਜ਼ਫਰਨਾਮਾ ਸ਼ਬਦ ਦੀ ਵਿਚਾਰ ਕਰਦੇ ਹਾਂ, ਕਿਉਂਕਿ ਲਿਖਤੀ ਜਿਹੜੀ ਸ਼ਿਕਾਇਤ ਹੈ ਉਸ ਦੇ ਵਿੱਚ ਵੀ ਤੇ ਕੁਛ ਜਿਹੜੇ ਵੀਰਾਂ ਦੇ ਵੱਲੋਂ ਹੋਰ ਵੀ ਜਿਹੜੇ ਸੰਦੇਸ਼ ਵੀ ਆਏ ਜਾਂ ਫਿਰ ਉਸ ਵੀਡੀਓ ਦੇ ਵਿੱਚ ਵੀ ਉਸ ਦੇ ਵਿੱਚ ਜਿਹੜਾ ਪਹਿਲਾ ਮੁੱਦਾ ਉਠਾਇਆ ਗਿਆ ਹੈ ਉਹ ਹੈ ਕਿ ਸਤਿੰਦਰ ਸਰਤਾਜ ਨੇ ਜਿਹੜਾ ਜ਼ਫਰਨਾਮਾ ਗਾਇਨ ਕੀਤਾ ਹੈ ਉਹਦੇ ਨਾਲ ਜਿਹੜਾ ਲਿਖਤ ਦਾ ਸਰੂਪ ਵਰਤਿਆ ਹੈ ਉਹਦੇ ਵਿੱਚ ਜ਼ਫਰਨਾਮਾ ਤੇ ਜਿਹੜਾ ਉਹ ਹਾਹਾ ਸ਼ਬਦ ਦੀ ਜਿਹੜੀ ਵਰਤੋਂ ਕੀਤੀ ਗਈ ਹੈ, ਹੁਣ ਉਸ ਦੇ ਬਾਰੇ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ। ਇਹ ਵਿਚਾਰ ਇਸ ਕਰਕੇ ਜ਼ਰੂਰੀ ਹੈ ਕਿ ਸਾਡੇ ਕੋਲ ਫਾਰਸੀ ਦੇ 2 ਖਰੜੇ ਨੇ ਔਰ ਉਰਦੂ ਦਾ ਸਾਡੇ ਕੋਲ 1 ਖਰੜਾ ਹੈ। ਇਹਨਾਂ 2 ਖਰੜਿਆਂ ਦੇ ਵਿੱਚ ਜਿਹੜਾ ਜ਼ਫਰਨਾਮਾ ਸ਼ਬਦ ਨੂੰ ਲਿਖਣ ਦੀ ਤਰੀਕਾ ਵਰਤਿਆ ਗਿਆ ਹੈ ਉਹ ਜ਼ੋਏ ਦੇ ਨਾਲ ਜ਼ਫਰਨਾਮਾ ਹੀ ਹੈ। ਪਰ ਜਦੋਂ ਕੋਈ ਵੀ ਫਾਰਸੀ ਨੂੰ ਉਚਾਰਨ ਕਰਨ ਵਾਲਾ ਕੋਈ ਵਿਦਿਆਰਥੀ ਜਾਂ ਫਿਰ ਕੋਈ ਅਕੈਡਮਿਕ ਲੈਵਲ ਦੇ ਉੱਪਰ ਜਿਹੜਾ ਪਰਸ਼ੀਅਨ ਨੂੰ ਜਾਣਨ ਵਾਲਾ ਕੋਈ ਬੁਲਾਰਾ ਹੈ, ਜਦੋਂ ਉਹ ਇਸ ਦਾ ਉਚਾਰਨ ਕਰੇਗਾ ਤਾਂ ਉਹ ਇਸ ਦੇ ਉਚਾਰਨ ਦੇ ਵਿੱਚ ਜ਼ਫਰਨਾਮਾ ਸ਼ਬਦ ਦੀ ਵਰਤੋਂ ਹੀ ਕਰੇਗਾ, ਹਾਹੇ ਦਾ ਉਚਾਰਨ ਕਰੇਗਾ। ਇਸੇ ਕਰਕੇ ਸਾਡੇ ਕੋਲ ਜਿਹੜੇ ਪੁਰਾਤਨ ਫਾਰਸੀ ਦੇ ਖਰੜੇ ਨੇ ਉਹਨਾਂ ਖਰੜਿਆਂ ਨੂੰ ਤੁਸੀਂ ਵੇਖ ਸਕਦੇ ਹੋ। ਪੁਰਾਤਨ ਫਾਰਸੀ ਦੇ ਖਰੜਿਆਂ ਦੇ ਵਿੱਚ ਜ਼ਫਰਨਾਮਾ ਸ਼ਬਦ ਨੂਨ ਔਰ ਮੀਮ ਦੇ ਨਾਲ ਹੀ ਲਿਖਿਆ ਗਿਆ ਹੈ ਨਾਮਾ, ਪਰੰਤੂ ਜਿਹੜੇ ਪੰਜਾਬੀ ਦੇ ਜਾਂ ਗੁਰਮੁਖੀ ਦੇ ਵਿੱਚ ਅਨੁਵਾਦ ਹੋਏ ਸਾਡੇ ਕੋਲ ਪੁਰਾਣੇ ਖਰੜੇ ਨੇ ਉਹਨਾਂ ਸਾਰੇ ਖਰੜਿਆਂ ਦੇ ਵਿੱਚ ਨਾਮ ਹਾਹਾ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਹੁਣ ਤੁਸੀਂ ਵੇਖੋ ਕਿ ਜਿੰਨੇ ਖਰੜੇ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ, ਜਿਨ੍ਹਾਂ ਦੇ ਵਿੱਚ 1 ਖਰੜਾ ਜਿਹੜਾ ਹੈ ਉਹ ਪੁਰਾਤਨ ਹੱਥ ਲਿਖਤ ਹੈ, ਜਿਸ ਦੇ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਭਾਈ ਮਨੀ ਸਿੰਘ ਦੁਆਰਾ ਸੰਪਾਦਿਤ 10ਮ ਗ੍ਰੰਥ ਦੀ ਬੀੜ ਦੇ ਉਤਾਰੇ ਨਾਲ ਸੰਬੰਧ ਰੱਖਦਾ ਹੈ। ਸੋ ਉਹਦੇ ਵਿੱਚ ਵੀ ਹਾਹੇ ਦੇ ਨਾਲ ਨਾਮਹਾ ਸ਼ਬਦ ਹੀ ਵਰਤਿਆ ਗਿਆ ਹੈ। ਉਸ ਤੋਂ ਬਾਅਦ ਇੱਕ ਪਟਨਾ ਸਾਹਿਬ ਵਿਖੇ 10ਮ ਗ੍ਰੰਥ ਦਾ ਸਰੂਪ, ਉਸ ਦੇ ਵਿੱਚ ਵੀ ਜ਼ਫਰਨਾਮਾ ਸ਼ਬਦ ਹੀ ਵਰਤਿਆ ਗਿਆ ਹੈ। ਇਹ ਜਿਹੜੀ ਹੱਥ ਲਿਖਤ ਮੈਨੂਸਕ੍ਰਿਪਟ ਹੈ ਇਹ ਤੁਸੀਂ ਵੇਖ ਸਕਦੇ ਹੋ। ਉਸ ਤੋਂ ਬਾਅਦ ਜਿਹੜੇ ਹੋਰ ਬਾਅਦ ਦੇ ਅਨੁਵਾਦ ਆ ਜਾਂਦੇ ਨੇ ਜਾਂ ਜ਼ਫਰਨਾਮੇ ਦੀਆਂ ਟੀਕੇ ਜਾਂ ਸਟੀਕਾਂ ਆ ਜਾਂਦੇ ਨੇ, ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਨ੍ਹਾਂ ਨੇ 10ਮ ਗ੍ਰੰਥ ਦਾ ਅਨੁਵਾਦ ਕੀਤਾ ਹੈ ਜਾਂ ਟੀਕਾ ਕੀਤਾ ਹੈ ਉਹਨੇ ਵਿਦਿਆ ਮਾਰਤੰਡ ਗਿਆਨੀ ਨਰੈਣ ਸਿੰਘ ਜੀ ਮਜੰਗਾਂ ਵਾਲੇ, ਤੇ ਉਹਨਾਂ ਨੇ ਜ਼ਫਰਨਾਮੇ ਵਾਲੇ ਹਿੱਸੇ ਦੇ ਵਿੱਚ ਜ਼ਫਰਨਾਮਾ ਦਾ ਆਰੰਭ ਜਿਹੜਾ ਹੈ ਉਹ ਮੰਮੇ ਕੰਨਾ ਹਾਹਾ ਦੇ ਨਾਲ ਜ਼ਫਰਨਾਮਾ ਹੀ ਵਰਤਿਆ ਹੈ। ਇਸੇ ਤਰ੍ਹਾਂ ਸੰਤ ਅਮੀਰ ਸਿੰਘ ਜਿਹੜੇ ਅੰਮ੍ਰਿਤਸਰ ਵਾਲੇ ਨੇ ਉਹਨਾਂ ਨੇ ਵੀ ਜ਼ਫਰਨਾਮੇ ਦੀ ਸਟੀਕ ਦੇ ਵਿੱਚ ਨਾਮਹਾ ਸ਼ਬਦ ਦੀ ਵਰਤੋਂ ਕੀਤੀ ਹੈ। ਇਸੇ ਤਰ੍ਹਾਂ ਹੀ ਆ ਜਿੰਨੇ ਤੁਸੀਂ ਖਰੜੇ ਵੇਖ ਰਹੇ ਹੋ ਇਹਨਾਂ ਸਾਰੇ ਖਰੜਿਆਂ ਦੇ ਵਿੱਚ ਚਾਹੇ ਉਹ ਸਿੱਖ ਮਿਸ਼ਨਰੀ ਕਾਰਜ ਵੱਲੋਂ ਪ੍ਰਕਾਸ਼ਿਤ ਖਰੜਾ ਹੈ, ਇਹਨਾਂ ਸਾਰੇ ਖਰੜਿਆਂ ਦੇ ਵਿੱਚ ਜ਼ਫਰਨਾਮਾ ਲਿਖਣ ਦੇ ਬਾਰੇ ਜਿਹੜਾ ਤਰੀਕਾ ਵਰਤਿਆ ਗਿਆ ਹੈ ਉਹ ਜ਼ਫਰਨਾਮਾ ਹੀ ਹੈ, ਮੰਮਾ ਔਰ ਮੰਮੇ ਨੂੰ ਕੰਨਾ ਔਰ ਹਾਹਾ। ਚਾਹੇ ਉਹ ਰਤਨ ਸਿੰਘ ਜੱਗੀ ਹੁਣਾਂ ਦਾ 10ਮ ਗ੍ਰੰਥ ਦਾ ਅਨੁਵਾਦ ਹੈ, ਉਹਦੇ ਵਿੱਚ ਵੀ ਜ਼ਫਰਨਾਮਾ ਸਰਲੇਖ ਜਿਹੜਾ ਹੈ ਉਸ ਨੂੰ ਇਸੇ ਰੂਪ ਦੇ ਵਿੱਚ ਹੀ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਮੈਂ ਪਹਿਲਾਂ ਜਿਹੜੀ ਗੱਲ ਕਰ ਚੁੱਕਾ ਹਾਂ ਕਿ ਪੁਰਾਤਨ ਹੱਥ ਲਿਖਤ ਖਰੜਾ ਜਿਸ ਨੂੰ ਭਾਈ ਮਨੀ ਸਿੰਘ ਹੁਣਾਂ ਦਾ ਉਤਾਰਾ ਜਿਹੜਾ ਉਹ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਹਜੂਰ ਸਾਹਿਬ, ਤਖਤ ਸ੍ਰੀ ਹਜੂਰ ਸਾਹਿਬ ਵਾਲੀ ਜਿਹੜੀ ਹੱਥ ਲਿਖਤ ਬੀੜ ਹੈ ਉਸ ਦਾ ਜਿਹੜਾ ਜ਼ਫਰਨਾਮੇ ਨਾਲ ਸੰਬੰਧਿਤ ਜਿਹੜਾ ਸਫਾ ਹੈ ਉਸ ਦੇ ਉੱਪਰ ਵੀ ਜ਼ਫਰਨਾਮਾ ਇਸੇ ਤਰ੍ਹਾਂ ਹਾਹੇ ਦੇ ਨਾਲ ਲਿਖਿਆ ਗਿਆ ਹੈ। ਇਸੇ ਤਰ੍ਹਾਂ ਇਸੇ ਤੋਂ ਬਾਅਦ ਜਿਹੜਾ ਹੈ ਸਿੱਖ ਮਿਸ਼ਨਰੀ ਕਾਲਜ ਵੱਲੋਂ ਜ਼ਫਰਨਾਮਾ ਸਟੀਕ ਦੇ ਵਿੱਚ ਨਾਮਾ ਸ਼ਬਦ ਜਿਹੜਾ ਹੈ ਉਹ ਹਾਹੇ ਦੇ ਨਾਲ ਹੀ ਲਿਖਿਆ ਗਿਆ ਹੈ। ਹੁਣ ਗੁਰਬਚਨ ਸਿੰਘ ਮਾਕਨ ਉਹਨਾਂ ਨੇ ਵੀ ਜ਼ਫਰਨਾਮੇ ਦੇ ਵਿੱਚ ਉਹਦੇ ਜਿਹੜਾ ਆਰੰਭ ਦੇ ਵਿੱਚ ਸਰਲੇਖ ਹੈ ਉਹ ਮੰਮੇ ਦੇ ਨਾਲ ਕੰਨਾ ਔਰ ਹਾਹੇ ਦੇ ਨਾਲ ਹੀ ਲਿਖਿਆ ਹੈ। ਸੋ ਇਹ ਮੈਂ ਇਸੇ ਤਰ੍ਹਾਂ ਨਿਸ਼ਾਨ ਸਿੰਘ ਜੌਲ ਹੁਣਾਂ ਨੇ ਵੀ ਜਿਹੜੀ ਜ਼ਫਰਨਾਮੇ ਦੀ ਕਾਵ ਸ਼ੈਲੀ ਦੇ ਉੱਪਰ ਬਹੁਤ ਸੁੰਦਰ ਕੰਮ ਕੀਤਾ ਹੈ, ਉਹਨਾਂ ਨੇ ਆਪਣੇ ਖਰੜੇ ਦੇ ਵਿੱਚ ਵੀ ਨਾਮਹਾ ਸ਼ਬਦ ਦੀ ਵਰਤੋਂ ਕੀਤੀ ਹੈ। ਹੁਣ ਅਹਿਮ ਪੱਖ ਆ ਜਾਂਦਾ ਹੈ ਕਿ ਜਿਹੜੇ ਸਾਡੇ ਫਾਰਸੀ ਦੇ ਸਰੋਤ ਹੈ ਜਿਨ੍ਹਾਂ ਦੀ ਤਸਵੀਰ ਤੁਸੀਂ ਵੇਖ ਰਹੇ ਹੋ ਉਹਨਾਂ ਦੇ ਵਿੱਚ ਨੂਨ ਔਰ ਮੀਮ ਦੇ ਨਾਲ ਨਾਮਾ ਸ਼ਬਦ ਲਿਖਿਆ ਗਿਆ ਹੈ,
ਪਰ ਜਦੋਂ ਫਾਰਸੀ ਨੂੰ ਜਾਣਨ ਵਾਲਾ ਕੋਈ ਵੀ ਵਿਦਵਾਨ ਇਸ ਦਾ ਉਚਾਰਨ ਕਰੇਗਾ ਤਾਂ ਉਹ ਕਰੇਗਾ ਜ਼ਫਰਨਾਮਾ, ਉਹ ਹਾਹੇ ਦੀ ਅੱਧੀ ਆਵਾਜ਼ ਦੇਵੇਗਾ। ਪਰ ਜਦੋਂ ਅਸੀਂ ਪੰਜਾਬੀ ਦੇ ਖਰੜਿਆਂ ਨੂੰ ਵੇਖਦੇ ਹਾਂ, ਉਹਦੇ ਵਿੱਚ ਪੂਰਾ ਹਾਹਾ ਲੱਗਾ ਹੋਇਆ ਹੈ। ਪਰ ਜੇਕਰ ਅੱਧਾ ਹਾਹਾ ਪੈਰ ਦੇ ਵਿੱਚ ਪਾ ਦਿੱਤਾ ਜਾਵੇ ਤਾਂ ਫਿਰ ਜ਼ਫਰਨਾਮ ਹ ਆਵਾਜ਼ ਬਣ ਜਾਂਦੀ ਹੈ। ਪਰ ਜਿਹੜਾ ਅੱਧਾ ਹਾਹਾ ਹੈ ਉਸ ਨੂੰ ਉਚਾਰਨ ਕਰਨ ਦੇ ਵਾਸਤੇ ਸਤਿੰਦਰ ਸਰਤਾਜ ਨੇ ਜਿਹੜਾ ਤਰੀਕਾ ਵਰਤਿਆ ਹੈ, ਮੈਂ ਸੋਚਦਾ ਕਿ ਅਜੇ ਤੱਕ ਦੇ ਜਿੰਨੇ ਵੀ ਸਾਡੇ ਕੋਲ ਖਰੜੇ ਸੀ ਉਹਨਾਂ ਦੀ ਉਚਾਰਨ ਵਿਧੀ ਨੂੰ ਡਾਕਟਰ ਸਤਿੰਦਰ ਸਰਤਾਜ ਨੇ ਨਵੇਂ ਰੂਪ ਦੇ ਵਿੱਚ ਸਾਡੇ ਸਾਹਮਣੇ ਰੱਖ ਦਿੱਤਾ ਹੈ ਕਿ ਜ਼ਫਰਨਾਮਾ ਲਿਖਦਿਆਂ ਹਾਹੇ ਨੂੰ ਅੱਧਾ ਕਰਨ ਦੇ ਵਾਸਤੇ ਹਾਹੇ ਦੇ ਹੇਠਾਂ ਤਸ਼ਦੀਦ ਦੀ ਵਰਤੋਂ ਕਰਕੇ ਔਰ ਉਸ ਦੀ ਤਸਗੀਰ ਭਾਵ ਕਿ ਉਸ ਨੂੰ ਅੱਧਾ ਕੱਟ ਦਿੱਤਾ ਗਿਆ ਹੈ। ਤੇ ਕੋਈ ਵੀ ਜਿਹੜਾ ਅੱਜ ਦਾ ਵਿਦਿਆਰਥੀ ਜਾਂ ਸਿੱਖਿਆਰਥੀ ਜਿਹੜਾ ਜ਼ਫਰਨਾਮੇ ਨੂੰ ਪੰਜਾਬੀ ਦੇ ਵਿੱਚ ਪੜ੍ਹ ਕੇ ਉਸ ਦਾ ਮੂਲ ਉਚਾਰਨ ਫਾਰਸੀ ਦੇ ਵਿੱਚ ਕਰਨਾ ਚਾਹੁੰਦਾ ਹੈ ਤੇ ਉਹਦੇ ਵਿੱਚ ਨਾਹਮਾ ਸ਼ਬਦ ਦੇ ਵਿੱਚ ਅੱਧਾ ਹਾਹਾ ਸ਼ਬਦ ਦੀ ਵਰਤੋਂ ਕਿਵੇਂ ਕਰਨੀ ਹੈ, ਇਹ ਡਾਕਟਰ ਸਤਿੰਦਰ ਸਰਤਾਜ ਨੇ ਸਾਡੇ ਸਾਹਮਣੇ ਨਵਾਂ ਪੱਖ ਰੱਖਿਆ ਹੈ। ਸੋ ਡਾਕਟਰ ਸਤਿੰਦਰ ਸਰਤਾਜ ਨੇ ਜਿਹੜਾ ਇਹ ਪੱਖ ਰੱਖਿਆ ਹੈ, ਮੈਂ ਸੋਚਦਾ ਹਾਂ ਕਿ ਇਹ ਉਚਾਰਨ ਸਿੱਧਾਂ ਦੇ ਵਿੱਚ ਬਹੁਤ ਹੀ ਜ਼ਰੂਰੀ ਸੀ ਔਰ ਇਹਦੇ ਵਿੱਚ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੇ ਨਾਲ ਜ਼ਫਰਨਾਮੇ ਦੇ ਕਿਸੇ ਵੀ ਮੂਲ ਖਰੜੇ ਦੇ ਪ੍ਰਤੀ ਕੋਈ ਵੀ ਉਕਾਈ ਨਹੀਂ ਵਰਤੀ। ਇਸ ਤੋਂ ਅਗਲੇ ਪਾਸੇ ਜਿਹੜਾ ਸਭ ਤੋਂ ਵੱਡਾ ਇੱਕ ਵਿਵਾਦ ਜਿਹੜਾ ਸਤਿੰਦਰ ਸਰਤਾਜ ਵੱਲੋਂ ਗਾਏ ਗਏ ਔਰ ਲਿਖੇ ਗਏ ਜ਼ਫਰਨਾਮੇ ਨੂੰ ਲੈ ਕੇ ਮੀਡੀਆ ਦੇ ਵਿੱਚ ਔਰ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਪੁੱਜੀ ਸ਼ਿਕਾਇਤ ਦੇ ਵਿੱਚ ਹੈ, ਉਸ ਦਾ ਜ਼ਿਕਰ ਕਰਨਾ ਵੀ ਬਹੁਤ ਜ਼ਰੂਰੀ ਹੈ। ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਜਿੰਨੇ ਵੀ ਸਾਡੇ ਕੋਲ ਉਰਦੂ ਔਰ ਫਾਰਸੀ ਦੇ ਖਰੜੇ ਜਿਹੜੇ ਨੇ, ਜਿਨ੍ਹਾਂ ਨੂੰ ਤੁਸੀਂ ਸਕਰੀਨ ਦੇ ਉੱਪਰ ਵੇਖ ਸਕਦੇ ਹੋ, ਉਹਨਾਂ ਦੇ ਵਿੱਚ ਜ਼ੋਏ ਦੇ ਨਾਲ ਜ਼ਫਰਨਾਮਾ ਜਿਹੜਾ ਵਰਤਿਆ ਗਿਆ ਹੈ। ਪਰ ਉਸ ਤੋਂ ਬਾਅਦ ਜਿਹੜੇ ਇਹਨਾਂ ਫਾਰਸੀ ਸਰੋਤਾਂ ਦੇ ਪੰਜਾਬੀ ਅਨੁਵਾਦ ਹੋਏ ਨੇ, ਜਿਨ੍ਹਾਂ ਦੇ ਵਿੱਚ ਇੱਕ ਦਸਮ ਗ੍ਰੰਥ ਦੇ ਹੱਥ ਲਿਖਤ ਖਰੜੇ ਦਾ ਜਿਹੜਾ ਉਤਾਰਾ ਹੈ ਉਹ ਤੁਸੀਂ ਵੇਖ ਸਕਦੇ ਹੋ, ਜਿਹੜੀ ਮੂਲ ਹੱਥ ਲਿਖਤ ਸਰੂਪ ਹੈ। ਸੋ ਉਹਨਾਂ ਦੇ ਵਿੱਚ ਜਿਹੜਾ ਜ਼ਫਰਨਾਮਾ ਸ਼ਬਦ ਵਰਤਣ ਦੇ ਵਾਸਤੇ ਜਿੱਜਾ ਵਰਤਿਆ ਗਿਆ ਹੈ, ਭਾਵ ਕਿ ਜੋਏ ਦੇ ਵਾਸਤੇ ਜਿੱਜੇ ਪੈਰ ਬਿੰਦੀ ਸ਼ਬਦ ਨਹੀਂ ਵਰਤਿਆ ਗਿਆ ਬਲਕਿ ਜਿੱਜਾ ਸ਼ਬਦ ਵਰਤਿਆ ਗਿਆ ਹੈ। ਹੁਣ ਅਸੀਂ ਅੱਗੇ ਇਸ ਦੇ ਉੱਪਰ ਜਿਹੜਾ ਹੈ ਉਹ ਵਿਚਾਰ ਕਰਦੇ ਹਾਂ। ਉਹ ਵਿਚਾਰ ਇਹ ਹੈ ਕਿ ਸਰਦਾਰ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਜਦੋਂ ਜ਼ਫਰਨਾਮਾ ਸ਼ਬਦ ਨੂੰ ਲਿਖਿਆ ਹੈ ਤੇ ਉਹਨਾਂ ਨੇ ਜਿੱਜਾ ਸ਼ਬਦ ਦੇ ਵਿਚਕਾਰ ਇੱਕ ਨੁਕਤੇ ਦੀ ਵਰਤੋਂ ਕੀਤੀ ਹੈ, ਜਿਸ ਨੂੰ ਅਸੀਂ ਤਸ਼ਦੀਦ ਵੀ ਕਹਿ ਸਕਦੇ ਹਾਂ ਕਿ ਇੱਕ ਜ਼ੋਏ ਦਾ ਉਚਾਰਨ, ਉਹੀ ਉਚਾਰਨ ਜਿਹੜਾ ਜਿੱਜੇ ਦੇ ਪੈਰ ਬਿੰਦੀ ਲਾ ਕੇ ਵੀ ਕੀਤਾ ਜਾਂਦਾ ਹੈ। ਸੋ ਤੁਸੀਂ ਉਹ ਕਾਹਨ ਸਿੰਘ ਨਾਭਾ ਦਾ ਜਿਹੜਾ ਉਹ ਮਹਾਨ ਕੋਸ਼ ਹੈ ਉਹਦਾ ਖਰੜਾ ਤੁਸੀਂ ਵੇਖ ਸਕਦੇ ਹੋ ਤੇ ਜਿੱਜਾ ਸ਼ਬਦ ਦੀ ਜਿਸ ਤਰ੍ਹਾਂ ਦੀ ਵਰਤੋਂ ਉਹਨਾਂ ਨੇ ਕੀਤੀ ਹੈ ਤੁਸੀਂ ਉਹ ਵੀ ਵੇਖ ਸਕਦੇ ਹੋ ਕਿ ਜਦੋਂ ਜ਼ਫਰਨਾਮਾ ਸ਼ਬਦ ਫਾਰਸੀ ਦੇ ਵਿੱਚ ਜ਼ੋਏ ਤੋਂ ਲਿਖਿਆ ਜਾਂਦਾ ਹੈ ਜ਼ਫਰਨਾਮਾ, ਤਾਂ ਉਸ ਵੇਲੇ ਜੇਕਰ ਉਸ ਦੀ ਫਾਰਸੀ ਦੇ ਨਾਲ ਸੰਬੰਧਿਤ ਆਵਾਜ਼ ਦੇਣੀ ਹੋਵੇ ਜਾਂ ਉਹੀ ਧੁਨੀ ਜਿਹੜੀ ਹੈ ਉਸ ਨੂੰ ਪੇਸ਼ ਕਰਨਾ ਹੋਵੇ ਤਾਂ ਉਹਦੇ ਵਾਸਤੇ ਕਾਹਨ ਸਿੰਘ ਨਾਭਾ ਹੋਣਾ ਨੇ ਸਭ ਤੋਂ ਪਹਿਲਾਂ ਇਹ ਪਹਿਲ ਕੀਤੀ ਕਿ ਉਹਨਾਂ ਜਿੱਜੇ ਦੇ ਵਿਚਕਾਰ ਇੱਕ ਨੁਕਤਾ ਲਾ ਕੇ ਉਸ ਨੂੰ ਜ਼ੋਏ ਦਾ ਰੂਪ ਦਿੱਤਾ। ਉਹਦੇ ਪਿੱਛੇ ਕਾਰਨ ਸੀ ਕਿ ਜ਼ੀਮ, ਜ਼ੋਏ ਔਰ ਜ਼ਵਾਦ ਦੇ ਵਿੱਚ ਇੱਕ ਜਿਹੜਾ ਭਿੰਨ ਭੇਦ ਹੈ ਉਸ ਨੂੰ ਅੱਖਰਾਂ ਦੇ ਵਿੱਚ ਲਿਖਿਆ ਜਾਵੇ। ਪਰ ਇਹ ਗੱਲ ਵੱਖਰੀ ਹੈ ਕਿ ਜਿੱਜੇ ਦਾ ਇਹ ਸ਼ਬਦ ਜਿਹੜਾ ਸੀ ਜ਼ਿਆਦਾ ਪ੍ਰਚਲਿਤ ਨਾ ਹੋਇਆ ਤੇ ਉਸ ਤੋਂ ਬਾਅਦ ਜ਼ਫਰਨਾਮੇ ਵਾਸਤੇ ਜਾਂ ਜੋਏ ਦੇ ਵਾਸਤੇ ਜਿੱਜੇ ਪੈਰ ਬਿੰਦੀ ਸ਼ਬਦ ਹੀ ਵਰਤਿਆ ਜਾਣ ਲੱਗਾ। ਸੋ ਅੱਜ ਜਿੰਨੇ ਵੀ ਸਾਡੇ ਕੋਲ ਪੁਰਾਤਨ ਫਾਰਸੀ ਦੇ ਖਰੜਿਆਂ ਤੋਂ ਜਾਂ ਉਰਦੂ ਦੇ ਖਰੜਿਆਂ ਤੋਂ ਪੰਜਾਬੀ ਦੇ ਜ਼ਫਰਨਾਮੇ ਦੇ ਅਨੁਵਾਦ ਮਿਲਦੇ ਨੇ, ਉਹਨਾਂ ਸਾਰੇ ਅਨੁਵਾਦਾਂ ਦੇ ਵਿੱਚ ਜਿੱਜੇ ਪੈਰ ਬਿੰਦੀ ਹੀ ਵਰਤਿਆ ਗਿਆ ਹੈ। ਪਰ ਕਾਹਨ ਸਿੰਘ ਨਾਭਾ ਹੁਣਾਂ ਨੇ ਜਿੱਜੇ ਦੇ ਨਾਲ ਇਹ ਵੱਖਰਾ ਨੁਕਤਾ ਲਾ ਕੇ ਉਸ ਨੂੰ ਜੋਏ ਦੇ ਰੂਪ ਦੇ ਵਿੱਚ ਆਵਾਜ਼ ਦੇਣ ਦੇ ਵਾਸਤੇ ਇਸ ਦੀ ਵਰਤੋਂ ਕੀਤੀ ਸੀ। ਬੇਸ਼ੱਕ ਕਿ ਇੱਕ ਆਪਣੀ ਇੰਟਰਵਿਊ ਦੇ ਵਿੱਚ ਸਤਿੰਦਰ ਸਰਤਾਜ ਨੂੰ ਇੱਕ ਮੁਗਾਲਬਾ ਵੀ ਲੱਗਾ ਕਿ ਉਹਨਾਂ ਨੇ ਇੱਕ ਜਗ੍ਹਾ ਦੇ ਉੱਪਰ ਜੋਏ ਸ਼ਬਦ ਦੇ ਵਾਸਤੇ ਜ਼ਵਾਦ ਸ਼ਬਦ ਵਰਤ ਦਿੱਤਾ। ਇਸ ਨੂੰ ਮੈਂ ਟੰਗ ਸਲਿਪਿੰਗ ਕਹਿ ਸਕਦਾ ਕਿਉਂਕਿ ਉਹਨਾਂ ਨੇ ਆਪਣੇ ਜ਼ਫਰਨਾਮੇ ਦੇ ਵਿੱਚ ਜ਼ਫਰ ਜ਼ੋਏ ਤੋਂ ਲਿਖਣ ਦੇ ਵਾਸਤੇ ਉਸੇ ਹੀ ਬਿੱਦ ਨੂੰ ਵਰਤਿਆ ਜਿਹੜੀ ਕਿ ਕਾਹਨ ਸਿੰਘ ਨਾਭਾ ਨੇ ਵਰਤੀ
ਸੀ ਤੇ ਮੈਂ ਸੋਚਦਾ ਕਿ ਉਚਾਰਨ ਬਿਰਧ ਦੇ ਵਿੱਚ ਜਿਹੜੇ ਨਵੇਂ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਜਾਂ ਗੁਰਮੁਖੀ ਦੇ ਜਿਹੜੇ ਜ਼ਫਰਨਾਮੇ ਦੇ ਖਰੜੇ ਨੇ ਉਹਨਾਂ ਨੂੰ ਆਧਾਰ ਬਣਾ ਕੇ ਜੇਕਰ ਉਹਨਾਂ ਨੇ ਫਾਰਸੀ ਉਚਾਰਨ ਨੂੰ ਸਿੱਖਣਾ ਹੈ ਤੇ ਉਹਦੇ ਵਾਸਤੇ ਇੱਕ ਬਹੁਤ ਵਧੀਆ ਸੇਧ ਸੀ। ਸੋ ਇਹਦੇ ਉੱਪਰ ਜਿਹੜਾ ਵਿਵਾਦ ਪੈਦਾ ਕੀਤਾ ਗਿਆ ਉਹ ਬਿਲਕੁਲ ਬੇਲੋੜਾ ਵਿਵਾਦ ਹੈ, ਕਿਉਂਕਿ ਇਹਦੇ ਨਾਲ ਉਚਾਰਨ ਜਿਹੜਾ ਸੀ ਉਹ ਆਪਣੀ ਸ਼ੁੱਧਤਾ ਦੇ ਨਜ਼ਦੀਕ ਗਿਆ ਹੈ, ਕਿ ਭਾਵ ਕਿ ਉਚਾਰਨ ਦੇ ਵਿੱਚ ਕੋਈ ਤਰੁੱਟੀ ਨਹੀਂ ਹੈ। ਤੇ ਇਹ ਉਹੀ ਤਰੀਕਾ ਜਿਹੜਾ ਸਰਤਾਜ ਹੁਣਾਂ ਨੇ ਅੱਜ ਵਰਤਿਆ ਹੈ, ਇਹ ਉਹੀ ਤਰੀਕਾ ਹੈ ਜਿਹੜਾ 1929-30 ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਹੁਣਾਂ ਨੇ ਵਰਤਿਆ ਸੀ। ਇਸ ਤੋਂ ਬਾਅਦ ਜਿਸ ਵੀਰ ਨੇ ਸਤਿੰਦਰ ਸਰਤਾਜ ਵੱਲੋਂ ਗਾਇਨ ਕੀਤੇ ਗਏ ਔਰ ਲਿਖੇ ਹੋਏ ਜ਼ਫਰਨਾਮੇ ਦੇ ਉੱਪਰ ਕੁਝ ਕਿੰਤੂ ਕੀਤਾ ਹੈ, ਔਰ ਉਹਨਾਂ ਨੇ ਦੋ ਖਰੜਿਆਂ ਦਾ ਆਧਾਰ ਲੈ ਕੇ, ਇੱਕ ਤਾਂ ਸ਼ਾਇਦ ਭਾਸ਼ਾ ਵਿਭਾਗ ਦਾ ਜਿਹੜਾ ਇੰਟਰਨੈਟ ਦੇ ਉੱਪਰ ਵੀ ਅਵੇਲੇਬਲ ਹੈ, ਦੂਸਰਾ ਪਿਆਰਾ ਸਿੰਘ ਪਦਮ ਹੁਣਾਂ ਦਾ ਵੀ ਇੰਟਰਨੈਟ ਦੇ ਉੱਪਰ ਅਵੇਲੇਬਲ ਹੈ। ਔਰ ਉਹਨਾਂ ਦੋ ਖਰੜਿਆਂ ਤੋਂ ਆਧਾਰ ਬਣਾ ਕੇ ਜਦੋਂ ਉਹਨਾਂ ਨੇ ਜ਼ਫਰਨਾਮੇ ਦੇ ਉਚਾਰਨ ਔਰ ਲਿਖਤ ਜਿਹੜਾ ਕਿ ਡਾਕਟਰ ਸਤਿੰਦਰ ਸਰਤਾਜ ਨੇ ਆਪਣੀ ਗਾਇਨ ਦੇ ਵਿੱਚ ਔਰ ਲਿਖਣ ਸ਼ੈਲੀ ਦੇ ਵਿੱਚ ਵਰਤਿਆ ਹੈ, ਜਿਹੜਾ ਉਸ ਦੇ ਉੱਪਰ ਕਿੰਤੂ ਕਰਦਿਆਂ ਇਹ ਗੱਲ ਕਹੀ ਹੈ ਕਿ ਇਸ ਗਾਇਨ ਦੇ ਵਿੱਚ ਜਾਂ ਇਸ ਲਿਖਤ ਦੇ ਵਿੱਚ 275 ਤੋਂ ਵੱਧ ਗਲਤੀਆਂ ਨੇ, ਤਾਂ ਮੈਂ ਉਸ ਵੀਰ ਨੂੰ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਸ ਖਰੜੇ ਨੂੰ ਉਹ ਮੂਲ ਆਧਾਰ ਲੈ ਕੇ ਸਤਿੰਦਰ ਸਰਤਾਜ ਦੇ ਗਾਇਨ ਔਰ ਉਸ ਦੀ ਲਿਖਤ ਦੇ ਵਿੱਚ ਤਰੁੱਟੀਆਂ ਦੀ ਗੱਲ ਕਰ ਰਹੇ ਨੇ, ਉਹਨਾਂ ਦਾ ਜਿਹੜਾ ਮੂਲ ਆਧਾਰ ਵਾਲਾ ਜਿਹੜਾ ਖਰੜਾ ਹੈ ਪਿਆਰਾ ਸਿੰਘ ਪਦਮ ਹੁਣਾਂ ਵਾਲਾ, ਉਹਦੇ ਵਿੱਚ ਹੀ ਬਹੁਤ ਜ਼ਿਆਦਾ ਤਰੁੱਟੀਆਂ ਨੇ, ਜਿਸ ਕਰਕੇ ਉਹ ਇਸ ਮੁਗਾਲਬੇ ਦਾ ਸ਼ਿਕਾਰ ਹੋ ਗਏ ਨੇ। ਇੱਥੇ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਅਸੀਂ ਕਿਸੇ ਵੀ ਇਵੇਂ ਦੀ ਇਤਿਹਾਸਕ ਜਿਹੜੇ ਸਾਡੇ ਕਹਿ ਸਕਦੇ ਹਾਂ ਕਿ ਜਿਹੜੇ ਇਤਿਹਾਸਕ ਤਬਰੁਕਾਤ ਨੇ ਜਾਂ ਜਿਹੜੇ ਸਾਡੇ ਇਸ ਤਰ੍ਹਾਂ ਦੇ ਇਤਿਹਾਸਕ ਦਸਤਾਵੇਜ਼ ਨੇ, ਜਦੋਂ ਅਸੀਂ ਉਹਨਾਂ ਦੀ ਉਚਾਰਨ ਦੇ ਬਾਰੇ ਜਾਂ ਉਹਨਾਂ ਦੀ ਲਿਖਤ ਦੇ ਬਾਰੇ ਜਦੋਂ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਲੋਚਨਾਤਮਕ ਅਧਿਐਨ ਕਰਨਾ ਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਵੇਖਣਾ ਪੈਂਦਾ ਹੈ ਕਿ ਜਿਸ ਲੇਖਕ ਨੇ ਜਾਂ ਜਿਸ ਗਾਇਕ ਨੇ ਉਸ ਰਚਨਾ ਦਾ ਗਾਇਨ ਕੀਤਾ ਹੈ, ਉਸ ਨੇ ਆਪਣੀ ਲੇਖਣ ਸ਼ੈਲੀ ਦੇ ਵਿੱਚ ਤੇ ਗਾਇਨ ਸ਼ੈਲੀ ਦੇ ਵਿੱਚ ਜਾਂ ਉਚਾਰਨ ਦੇ ਵਿੱਚ ਕਿਹੜੇ-ਕਿਹੜੇ ਖਰੜਿਆਂ ਨੂੰ ਆਧਾਰ ਬਣਾਇਆ ਹੈ। ਦੂਸਰੀ ਗੱਲ ਇਹ ਹੁੰਦੀ ਹੈ ਕਿ ਜਿੰਨਾ ਵੀ ਅਸੀਂ ਉਸ ਦਾ ਆਲੋਚਨਾਤਮਕ ਅਧਿਐਨ ਕਰਨਾ ਹੁੰਦਾ ਹੈ, ਉਹਦੇ ਵਾਸਤੇ ਸਾਨੂੰ ਘੱਟ ਤੋਂ ਘੱਟ ਜਿੰਨੇ ਲੇਖਕ ਜਾਂ ਗਾਇਕ ਨੇ ਆਪਣੀ ਗਾਇਨ ਜਾਂ ਲਿਖਣ ਸ਼ੈਲੀ ਦੇ ਵਿੱਚ ਸਰੋਤ ਵਰਤੇ ਨੇ, ਉਹਨਾਂ ਤੋਂ ਵੱਧ ਸਰੋਤ ਜਿਹੜੇ ਨੇ ਉਹ ਸਾਡੀ ਲਾਇਬ੍ਰੇਰੀ ਦੇ ਵਿੱਚ ਹੋਣੇ ਚਾਹੀਦੇ ਨੇ। ਹੁਣ ਵੇਖੋ, ਮੈਂ ਆਪਣੀ ਲਾਇਬ੍ਰੇਰੀ ਦੇ ਵਿੱਚ ਬੈਠਾ ਜਦੋਂ ਇਸ ਜ਼ਫਰਨਾਮੇ ਦੇ ਉੱਪਰ ਗੋਸ਼ਟ ਜਾਂ ਚਰਚਾ ਕਰ ਰਿਹਾ ਹਾਂ ਜਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਿਹਾ ਹਾਂ, ਤਾਂ ਇਸ ਵੇਲੇ ਮੇਰੇ ਟੇਬਲ ਦੇ ਉੱਪਰ 10 ਜ਼ਫਰਨਾਮੇ ਦੇ ਛਪੇ ਹੋਏ ਖਰੜੇ, ਜਿਨ੍ਹਾਂ ਦੇ ਵਿੱਚ ਕਾਵ ਸ਼ੈਲੀ ਦੀ, ਅਨੁਵਾਦ ਦੀ, ਸਟੀਕ ਔਰ ਟੀਕੇ, ਜਿਨ੍ਹਾਂ ਦੇ ਵਿੱਚ ਸੰਪਰਦਾਈ ਪ੍ਰਣਾਲੀਆਂ ਦੇ ਵੀ ਨੇ, ਜਿਨ੍ਹਾਂ ਦੇ ਵਿੱਚ ਯੂਨੀਵਰਸਿਟੀ ਦੇ ਸਕਾਲਰਾਂ ਦੇ ਵੀ ਨੇ, 10 ਦੇ ਕਰੀਬ ਉਹ ਖਰੜੇ ਪਏ ਮੇਰੇ ਸਾਹਮਣੇ ਨੇ। ਉਸ ਤੋਂ ਇਲਾਵਾ ਜਿਹੜੀਆਂ ਨੇ 5 ਮੇਰੇ ਕੋਲ ਹੱਥ ਲਿਖਤਾਂ ਨੇ, ਉਸ ਤੋਂ ਬਾਅਦ 2 ਮੇਰੇ ਕੋਲ ਜਿਹੜੇ ਨੇ ਉਹ ਹੱਥ ਲਿਖਤ ਖਰੜੇ ਨੇ, ਤੇ ਇੱਕ ਪੱਥਰ ਛਾਪੇ ਦਾ ਗੁਰਮੁਖੀ ਦਾ ਔਰ ਇੱਕ ਪੱਥਰ ਛਾਪੇ ਦਾ ਉਰਦੂ ਦਾ ਖਰੜਾ ਹੈ, ਔਰ ਇੱਕ ਨਾਨਕ ਚੰਦ ਨਾਜ ਦਾ ਉਰਦੂ ਦੇ ਵਿੱਚ ਜ਼ਫਰਨਾਮੇ ਦਾ ਅਨੁਵਾਦ ਜਿਹੜਾ ਹੈ ਉਹ ਪ੍ਰਿੰਟਡ ਖਰੜਾ ਹੈ। ਭਾਵ ਕਿ ਜੇ ਜ਼ਫਰਨਾਮੇ ਦੇ ਉੱਪਰ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਿਹਾ ਹਾਂ, ਤਾਂ ਮੇਰੇ ਟੇਬਲ ਦੇ ਉੱਪਰ 21 ਖਰੜੇ ਜਿਹੜੇ ਨੇ ਜਾਂ 21 ਜਿਹੜੇ ਅਨੁਵਾਦ, ਸਟੀਕ, ਟੀਕੇ, ਜਿਨ੍ਹਾਂ ਦਾ ਆਧਾਰ ਕਾਵ ਸ਼ੈਲੀ ਉਚਾਰਨ ਹੈ, ਉਹ 21 ਖਰੜੇ ਮੇਰੇ ਟੇਬਲ ਦੇ ਉੱਪਰ ਨੇ। ਔਰ ਜਿਸ ਵੀ ਕਿਸੇ ਵੀਰ ਨੇ ਇਸ ਵਿਸ਼ੇ ਦੇ ਉੱਪਰ ਕਾਰਜ ਕਰਨਾ ਹੋਵੇ, ਉਹ ਮੇਰੇ ਨਾਲ ਆ ਕੇ ਇਹਨਾਂ ਦੀ ਜਿਹੜੀ ਫੋਟੋ ਕਾਪੀ ਹੈ ਜਾਂ ਇਹਨਾਂ ਦੀ ਫੋਟੋ ਸਟੇਟ ਹੈ ਮੇਰੇ ਕੋਲ ਲੈ ਸਕਦਾ ਹੈ। ਸੋ ਹੁਣ ਅਗਲੀ ਗੱਲ ਤੇ ਆਉਂਦੇ ਹਾਂ ਕਿ ਉਸ ਵੀਰ ਨੇ ਕਿਹਾ ਹੈ ਕਿ ਜ਼ਫਰਨਾਮੇ ਦੇ ਵਿੱਚ ਸਤਿੰਦਰ ਸਰਤਾਜ ਨੇ ਜਿਹੜਾ ਜ਼ਫਰਨਾਮੇ ਦਾ 4 ਨੰਬਰ ਸ਼ੇਰ ਹੈ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜ਼ੋ ਨਾ ਫਰਸ਼, ਖੁਦਾਵੰਦ ਬਖਸ਼ਿੰਦ ਏ ਐਸ਼ੋ ਅਰਸ਼। ਹੁਣ ਇਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਐਸ਼ੋ ਅਰਸ਼ ਜਿਹੜਾ ਸ਼ਬਦ ਹੈ ਉਹ ਸਤਿੰਦਰ ਸਰਤਾਜ ਨੇ ਲਿਖਤ ਦੇ ਵਿੱਚ ਜਾਂ ਬੋਲਣ ਦੇ ਵਿੱਚ ਗਲਤ ਲਿਖਿਆ ਹੈ। ਪਰ ਜਦੋਂ ਸਤਿੰਦਰ ਸਰਤਾਜ ਹੁਣਾਂ ਦੇ ਕੋਲੋਂ ਮੈਂ ਉਹਨਾਂ ਦੇ ਖਰੜੇ ਦੀ ਜਿਹੜੀ PDF ਮੰਗਾਈ ਹੈ, ਤਾਂ ਉਹਦੇ ਵਿੱਚ ਐਸ਼ ਓ ਅਰਸ਼ ਲਿਖਣ ਦੇ ਵਾਸਤੇ ਜਿਹੜਾ ਉਹਨਾਂ ਨੇ ਵਿਧ ਵਰਤੀ ਹੈ, ਉਹ ਉਹੀ ਹੈ ਜਿਹੜੀ ਸਾਡੇ
ਪੁਰਾਤਨ ਫਾਰਸੀ ਦੇ ਮੂਲ ਖਰੜਿਆਂ ਦੇ ਵਿੱਚ ਹੈ ਤੇ ਇਸ ਤੋਂ ਇਲਾਵਾ ਇਹ ਉਹ ਸ਼ੁੱਧਤਾ ਦੇ ਬਹੁਤ ਜ਼ਿਆਦਾ ਨੇੜੇ ਹੈ। ਤੇ ਜੇਕਰ ਅਸੀਂ ਹੋਰ ਪੁਰਾਤਨ ਜਿਹੜੇ ਸਰੂਪ ਨੇ ਉਹਨਾਂ ਦੀ ਗੱਲ ਕਰੀਏ, ਜਿਸ ਤਰ੍ਹਾਂ ਪਟਨਾ ਸਾਹਿਬ ਦੇ ਵਿੱਚ ਦਸਮ ਗ੍ਰੰਥ ਵਾਲਾ ਹੱਥ ਲਿਖਤ ਸਰੂਪ, ਜਾਂ ਭਾਈ ਮਨੀ ਸਿੰਘ ਹੁਣਾਂ ਦੇ ਹੱਥ ਲਿਖਤ ਸਰੂਪ ਦਾ ਜਿਹੜਾ ਉਤਾਰਾ ਹੈ, ਉਹਦੇ ਵਿੱਚ ਵੀ ਐਸ਼ੋ ਅਰਸ਼ ਸ਼ਬਦ ਜਿਹੜਾ ਹੈ ਉਹ ਇੱਕ ਜਗ੍ਹਾ ਦੇ ਉੱਪਰ ਸੱਸੇ ਦੇ ਪੈਰ ਨੁਕਤੇ ਦੇ ਨਾਲ ਹੈ ਤੇ ਇੱਕ ਜਗ੍ਹਾ ਦੇ ਉੱਪਰ ਸੱਸੇ ਦੇ ਨਾਲ ਪੈਰਾਂ ਦੇ ਹੇਠ ਬਿੰਦੀ ਦੇ ਨਾਲ ਹੈ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਜਿੰਨੇ ਖਰੜੇ ਸਾਡੇ ਕੋਲ ਅਵੇਲੇਬਲ ਨੇ, ਇਹ 21-22 ਖਰੜੇ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਪੁਰਾਤਨ ਖਰੜੇ ਵੀ ਨੇ, ਉਹਨਾਂ ਦੇ ਮੁਤਾਬਕ ਸਤਿੰਦਰ ਸਰਤਾਜ ਨੇ ਜਿਹੜਾ ਉਚਾਰਨ ਕੀਤਾ ਹੈ ਉਸ ਦਾ ਉਹ ਉਚਾਰਨ ਫਾਰਸੀ ਦੇ ਜਿਹੜੇ ਮੂਲ ਖਰੜੇ ਨੇ ਉਹਨਾਂ ਦੇ ਬਹੁਤ ਹੀ ਨੇੜੇ ਹੈ ਕਿ ਉਚਾਰਨ ਜਿਹੜਾ ਸੀ ਉਹ ਫਰਸ਼ ਔਰ ਅਰਸ਼ ਜਿਸ ਤਰ੍ਹਾਂ ਦੇ ਨਾਲ ਫਾਰਸੀ ਦੇ ਉਚਾਰਨ ਕਰਨ ਵਾਲੇ ਜਾਂ ਫਾਰਸੀ ਦੇ ਵਿਦਵਾਨ ਜਿਹੜੇ ਨੇ ਉਹ ਕਰਦੇ ਨੇ, ਉਹਦੇ ਬਿਲਕੁਲ ਸਮਾਨ ਅੰਤਰ ਹੋ ਸਕੇ। ਸੋ ਉਹ ਜਿਹੜਾ ਸੀਗਾ, ਮੈਂ ਸੋਚਦਾ ਕਿ ਇਸ ਨੂੰ ਤੁਸੀਂ ਕੁਤਾਹੀ ਨਹੀਂ ਕਹਿ ਸਕਦੇ। ਮੈਂ ਸੋਚਦਾ ਕਿ ਸਗੋਂ ਬਹੁਤ ਸਾਰੇ ਖਰੜਿਆਂ ਦੇ ਵਿੱਚੋਂ ਇੱਕ ਸੋਧ ਜਿਹੜੀ ਹੈ ਬੜੇ ਵਧੀਆ ਰੂਪ ਦੇ ਵਿੱਚ ਸਾਡੇ ਸਾਹਮਣੇ ਆਈ ਹੈ। ਜੇਕਰ ਤੁਸੀਂ ਬਾਕੀ ਸਰੋਤ ਵੀ ਵੇਖਣੇ ਹੋਣ ਤਾਂ ਇਹਦੇ ਵਿੱਚ ਤੁਸੀਂ ਗੁਰਮੁਖੀ ਦਾ ਹੱਥ ਲਿਖਤ ਖਰੜਾ ਵੇਖ ਸਕਦੇ ਹੋ, ਜਿਸ ਦੇ ਵਿੱਚ ਐਸ਼ ਔਰ ਅਰਸ਼ ਸ਼ਬਦ ਜਿਹੜੇ ਨੇ ਇੱਕ ਵਿੱਚ ਪੈਰ ਬਿੰਦੀ ਦੇ ਨਾਲ ਹੈ ਔਰ ਇੱਕ ਸੱਸੇ ਦੇ ਨੁਕਤੇ ਦੇ ਨਾਲ ਹੈ। ਇਸੇ ਤਰ੍ਹਾਂ ਆ ਜਿਹੜਾ ਦੂਸਰਾ ਹੱਥ ਲਿਖਤ ਖਰੜਾ ਹੈ, ਇਸ ਦੇ ਵਿੱਚ ਵੀ ਐਸ਼ ਔਰ ਅਰਸ਼ ਸ਼ਬਦ ਜਿਹੜਾ ਦੋਵੇਂ ਸੱਸੇ ਦੇ ਪੈਰ ਦੇ ਵਿੱਚ ਨੁਕਤੇ ਦੇ ਨਾਲ ਹੈ, ਭਾਵ ਕਿ ਸੱਸੇ ਨੂੰ ਸ਼ੱਸ਼ੇ ਦੀ ਆਵਾਜ਼ ਦੇਣ ਦੇ ਵਾਸਤੇ ਤਸ਼ਦੀਦ ਦੀ ਵਰਤੋਂ ਕੀਤੀ ਗਈ ਹੈ, ਜਿਹੜਾ ਕਿ ਪੁਰਾਤਨ ਸਰੋਤਾਂ ਦਾ ਆਧਾਰ ਬਣਾ ਕੇ ਸਤਿੰਦਰ ਸਰਤਾਜ ਨੇ ਕੀਤੀ ਹੈ। ਸੋ ਉੱਥੇ ਮੈਂ ਸੋਚਦਾ ਕਿ ਉਹਨਾਂ ਨੇ ਸਾਡੇ ਅੱਜ ਦੇ ਸਿੱਖਿਆਰਥੀਆਂ ਦੇ ਵਾਸਤੇ ਜਾਂ ਸਿੱਖਣ ਵਾਲੇ ਨੌਜਵਾਨ ਵਿਦਿਆਰਥੀਆਂ ਦੇ ਵਾਸਤੇ ਇੱਕ ਨਵਾਂ, ਮੈਂ ਸੋਚਦਾ ਕਿ ਮਾਪਦੰਡ ਉਚਾਰਨ ਦਾ ਸਾਡੇ ਸਾਹਮਣੇ ਪੇਸ਼ ਕੀਤਾ ਹੈ, ਜਿਹਦਾ ਮੇਰੇ ਖਿਆਲ ਦੇ ਨਾਲ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਜਿਹੜੀ ਪੱਥਰ ਛਾਪੇ ਦੀ ਜਿਹੜੀ ਫਾਰਸੀ ਦੀ ਲਿਖਤ ਹੈ ਔਰ ਨਾਨਕ ਚੰਦ ਨਾਜ਼ ਦੀ ਉਰਦੂ ਵਾਲੀ ਲਿਖਤ ਹੈ, ਤੁਸੀਂ ਨਾਨਕ ਚੰਦ ਨਾਜ਼ ਹੁਣਾਂ ਦੀ ਉਰਦੂ ਵਾਲੀ ਲਿਖਤ ਬਹੁਤ ਮਸ਼ਹੂਰ ਹੈ ਜ਼ਫਰਨਾਮੇ ਦੇ ਖਰੜਿਆਂ ਦੇ ਵਿੱਚ। ਇਸ ਨੂੰ ਵੀ ਵੇਖ ਸਕਦੇ ਹੋ ਕਿ ਉਹਨਾਂ ਨੇ ਐਸ਼ੋ ਅਰਸ਼ ਸ਼ਬਦ ਦੀ ਵਰਤੋਂ ਹੀ ਕੀਤੀ ਹੈ, ਜਿਹੜਾ ਸ਼ਬਦ ਸਤਿੰਦਰ ਸਰਤਾਜ ਹੁਣਾਂ ਨੇ ਵਰਤਿਆ ਹੈ। ਇਸੇ ਤਰ੍ਹਾਂ ਦੇ ਨਾਲ ਹੀ ਜਿਹੜਾ ਖਰੜਾ ਤੁਸੀਂ ਵੇਖਦਾ ਕਿ ਉਹ ਪੱਥਰ ਛਾਪੇ ਦਾ ਖਰੜਾ ਹੈ ਫਾਰਸੀ ਦੇ ਵਿੱਚ, ਇਹਦੇ ਵਿੱਚ ਹੀ ਐਸ਼ੋ ਅਰਸ਼ ਸ਼ਬਦ ਦੀ ਜਿਹੜੀ ਵਰਤੋਂ ਉਹ ਕੀਤੀ ਗਈ ਹੈ। ਸੋ ਮੈਂ ਸੋਚਦਾ ਕਿ ਸਤਿੰਦਰ ਸਰਤਾਜ ਨੇ ਜਿਹੜਾ ਗਾਇਨ ਕੀਤਾ ਹੈ ਔਰ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਉਸ ਗਾਇਨ ਦੇ ਨਾਲ ਲਿਖਤ ਜਿਹੜੀ ਹੈ ਉਹ ਪੇਸ਼ ਕੀਤੀ ਹੈ, ਉਹ ਜੇਕਰ ਅੱਜ ਦੇ ਵਿਦਿਆਰਥੀਆਂ ਨੇ ਗੁਰਮੁਖੀ ਭਾਸ਼ਾ ਦੇ ਵਿੱਚ ਪੜ੍ਹਦੇ ਹੋਏ ਫਾਰਸੀ ਦਾ ਸ਼ੁੱਧ ਉਚਾਰਨ ਕਰਨਾ ਹੈ ਤੇ ਉਸ ਉਚਾਰਨ ਦੇ ਉਹ ਬਹੁਤ ਨੇੜੇ ਹੈ। ਬੇਸ਼ੱਕ ਕਿ ਜਿਹੜੀ ਅਕਾਲ ਤਖਤ ਸਾਹਿਬ ਦੇ ਉੱਪਰ ਲਿਖਤੀ ਸ਼ਿਕਾਇਤ ਪਹੁੰਚੀ ਹੈ ਉਹਦੇ ਵਿੱਚ ਤਾਂ ਇਸ ਨੁਕਤੇ ਦਾ ਜ਼ਿਕਰ ਨਹੀਂ ਕੀਤਾ ਗਿਆ ਜਿਸ ਨੁਕਤੇ ਨੂੰ ਮੈਂ ਤੁਹਾਡੇ ਨਾਲ ਅੱਗੇ ਸਾਂਝਾ ਕਰਨ ਲੱਗਾ ਹਾਂ। ਪਰ ਜਿਹੜੀ ਵੀਡੀਓ ਆਈ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਸਤਿੰਦਰ ਸਰਤਾਜ ਦੇ ਗਾਏ ਹੋਏ ਜ਼ਫਰਨਾਮੇ ਦੇ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਨੇ, ਅਸ਼ੁੱਧੀਆਂ ਨੇ, ਭਾਸ਼ਾਈ ਗਿਆਨ ਤੋਂ ਬਹੁਤ ਜਿਹੜਾ ਉਹ ਹੀਣਾ ਹੈ, ਤਾਂ ਉਹਦੇ ਵਿੱਚ ਇੱਕ ਅਹਿਮ ਸ਼ਬਦ ਜਿਹੜਾ ਹੈ ਉਸ ਦੀ ਉਹਨਾਂ ਨੇ ਕਿਹਾ ਹੈ ਕਿ ਸਤਿੰਦਰ ਸਰਤਾਜ ਨੇ ਮੁਹੰਮਦ ਸ਼ਬਦ ਜਿਹੜਾ ਉਹ ਹਾਹੇ ਦੇ ਉੱਪਰ ਬਿੰਦੀ ਦੇ ਨਾਲ ਨਹੀਂ ਲਿਖਿਆ। ਸੋ ਮੈਂ ਸੋਚਦਾ ਕਿ ਜੇਕਰ ਉਹ ਵੀਰ ਸੱਚਮੁੱਚ ਹੀ ਫਾਰਸੀ ਦੇ ਕਿਸੇ ਖਰੜੇ ਤੋਂ ਜਾਣੂ ਹੁੰਦੇ ਜਾਂ ਉਹਨਾਂ ਨੇ ਫਾਰਸੀ ਖਰੜਿਆਂ ਦਾ ਅਧਿਐਨ ਕੀਤਾ ਹੁੰਦਾ ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਸਤਿੰਦਰ ਸਰਤਾਜ ਨੇ ਜਿਸ ਤਰ੍ਹਾਂ ਦੇ ਨਾਲ ਮੁਹੰਮਦ ਜਿਹੜਾ ਕਿ ਸ਼ਬਦ ਸੱਲੱਲਾਹੁ ਅਲੈਹਿ ਵਸੱਲਮ ਹਜ਼ਰਤ ਮੁਹੰਮਦ ਸਾਹਿਬ ਦੇ ਵਾਸਤੇ ਵਰਤਿਆ ਗਿਆ ਹੈ, ਜਿਸ ਤਰ੍ਹਾਂ ਦਾ ਸ਼ੁੱਧ ਉਚਾਰਨ ਫਾਰਸੀ ਖਰੜਿਆਂ ਦੇ ਅਨੁਕੂਲ ਸਤਿੰਦਰ ਸਰਤਾਜ ਨੇ ਕੀਤਾ ਹੈ, ਜਿੰਨੇ ਵੀ ਸਾਡੇ ਕੋਲ ਇਹਨਾਂ ਫਾਰਸੀ ਖਰੜਿਆਂ ਤੋਂ ਬਾਅਦ ਦੇ ਗੁਰਮੁਖੀ ਉਲਥੇ ਨੇ ਜਿਨ੍ਹਾਂ ਦੇ ਵਿੱਚ ਭਾਈ ਮਨੀ ਸਿੰਘ ਵਾਲੀ ਜਿਹੜੀ ਬੀੜ ਦਾ ਉਤਾਰਾ ਵੀ ਸ਼ਾਮਲ ਹੈ, ਉਸ ਤੋਂ ਇਲਾਵਾ ਹਜ਼ੂਰ ਸਾਹਿਬ ਜਿਹੜਾ ਦਸਮ ਗ੍ਰੰਥ ਦਾ ਪ੍ਰਕਾਸ਼ ਹੈ ਉਸ ਦਾ ਉਤਾਰਾ ਵੀ ਸ਼ਾਮਲ ਹੈ। ਮੈਂ ਇਹ ਸਾਰੇ ਖਰੜੇ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਹੈ ਕਿ ਜਿਹੜਾ ਸਤਿੰਦਰ ਸਰਤਾਜ ਨੇ ਮੁਹੰਮਦ ਹਾਹੇ ਦੇ ਉੱਪਰ ਟਿੱਪੀ ਦੇ ਨਾਲ ਨਹੀਂ ਬਲਕਿ ਅਦਕ ਦੇ ਨਾਲ ਵਰਤਿਆ, ਦਰਅਸਲ ਉਹੀ ਬਿਲਕੁਲ ਸ਼ੁੱਧ ਉਚਾਰਨ ਹੈ। ਉਹਦਾ ਕਾਰਨ ਹੈ ਕਿ ਜਿਹੜਾ ਇਹ ਸ਼ੇਰ ਹੈ, ਜਿਸ ਸ਼ੇਰ ਦਾ ਜਿਹੜਾ ਨੰਬਰ ਹੈ ਉਹ 46 ਹੈ ਔਰ ਇਸ ਸ਼ੇਰ ਦਾ ਉਚਾਰਨ ਇਸ ਤਰ੍ਹਾਂ ਹੈ ਕਿ ਨਾ ਈਮਾ ਪਰਸਤੀ ਨਾ ਔਜ਼ਾਏ ਦੀ ਨਾ ਸਾਹਿਬ ਸ਼ਨਾਸੀ ਨਾ ਮੁਹੰਮਦ ਜ਼ਕੀ। ਸੋ ਇਹਦੇ ਉੱਪਰ ਵੀ ਥੋੜੀ ਲੰਬੀ ਚਰਚਾ ਕਰਾਂਗੇ, ਪਰ ਸਭ ਤੋਂ ਪਹਿਲਾਂ ਅਸੀਂ ਜ਼ਿਕਰ ਕਰਦੇ ਹਾਂ ਕਿ ਮੁਹੰਮਦ ਸ਼ਬਦ ਦਰਅਸਲ
ਅਰਬੀ ਤੋਂ ਔਰ ਫਾਰਸੀ ਤੋਂ ਜਦੋਂ ਅਸੀਂ ਵੱਖ-ਵੱਖ ਨੁਸਖਿਆਂ ਦੇ ਵਿੱਚ ਇਹਨਾਂ ਸਾਮੀ ਭਾਸ਼ਾਵਾਂ ਦੇ ਉਚਾਰਨ ਔਰ ਨਾਵਾਂ ਨੂੰ ਜਦੋਂ ਅਸੀਂ ਵੇਖਦੇ ਹਾਂ ਤਾਂ ਸਭ ਤੋਂ ਅਹਿਮ ਗੱਲ ਹੁੰਦੀ ਹੈ ਕਿ ਮੂਲ ਖਰੜਿਆਂ ਦੇ ਵਿੱਚ ਇਹ ਜਿਹੜਾ ਸ਼ਬਦ ਹੈ ਕਿਸ ਤਰ੍ਹਾਂ ਆਇਆ ਹੈ। ਸੋ ਦਰਅਸਲ ਜਦੋਂ ਸ਼ਬਦ ਦਾ ਉਚਾਰਨ ਵੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਉਸ ਦੇ ਅਰਥਾਂ ਨੂੰ ਵੇਖਣਾ ਪੈਂਦਾ। ਹਮਦ, ਹਮਦ ਸ਼ਬਦ ਫਾਰਸੀ ਦਾ ਹੈ ਜਿਸ ਦਾ ਭਾਵ ਹੈ ਸਿਫਤ, ਤੇ ਮੁਹੰਮਦ ਜਿਸ ਦੀਆਂ ਲੋਕ ਸਿਫਤਾਂ ਕਰਨ। ਔਰ ਮੈਂ ਹੈਰਾਨ ਹਾਂ ਕਿ ਇਸ ਸ਼ਬਦ ਨੂੰ ਸਭ ਤੋਂ ਪਹਿਲਾਂ ਅਸ਼ੁੱਧ ਰੂਪ ਦੇ ਵਿੱਚ ਹਾਹੇ ਦੇ ਉੱਪਰ ਟਿੱਪੀ ਲਾ ਕੇ ਜ਼ਫਰਨਾਮੇ ਦੇ ਵਿੱਚ ਪਿਆਰਾ ਸਿੰਘ ਪਦਮ ਹੁਣਾਂ ਨੇ ਵਰਤਿਆ ਹੈ, ਜਿਹੜੀ ਕਿ ਉਹਨਾਂ ਦੇ ਅਨੁਵਾਦ ਦੇ ਵਿੱਚ ਸਭ ਤੋਂ ਵੱਡੀ ਗਲਤੀ ਸੀ। ਮੈਂ ਫਿਰ ਉਸ ਵੀਰ ਨੂੰ ਬੇਨਤੀ ਕਰਾਂ ਕਿ ਪੁਰਾਤਨ ਖਰੜਿਆਂ ਦਾ ਜਦੋਂ ਅਧਿਐਨ ਕਰੀਦਾ ਤਾਂ ਇੱਕ ਖਰੜੇ ਨੂੰ ਕਦੀ ਵੀ ਆਧਾਰ ਨਹੀਂ ਬਣਾਈਦਾ। ਖਾਸ ਕਰਕੇ ਉਹਨਾਂ ਨੇ ਉਸ ਖਰੜੇ ਨੂੰ ਆਧਾਰ ਬਣਾਇਆ ਹੈ ਜਿਸ ਖਰੜੇ ਦੇ ਵਿੱਚ ਬਹੁਤ ਹੀ ਜ਼ਿਆਦਾ ਅਸ਼ੁੱਧੀਆਂ ਨੇ, ਤੇ ਅਸ਼ੁੱਧ ਖਰੜੇ ਨੂੰ ਮਾਪਦੰਡ ਲੈ ਕੇ ਜਾਂ ਆਧਾਰ ਬਣਾ ਕੇ ਤੁਸੀਂ ਕਿਸੇ ਵੀ ਸ਼ੁੱਧ ਖਰੜੇ ਦੇ ਵਿੱਚੋਂ ਜੇਕਰ ਗਲਤੀਆਂ ਦੀ ਗੱਲ ਕਰਨੀ ਹੈ ਤਾਂ 300 ਨਹੀਂ, ਮੇਰੇ ਖਿਆਲ ਦੇ ਨਾਲ ਤੁਸੀਂ 3000 ਗਲਤੀਆਂ ਦੀ ਵੀ ਕਰ ਸਕਦੇ ਹੋ, ਕਿਉਂਕਿ ਜਿਸ ਖਰੜੇ ਨੂੰ ਤੁਸੀਂ ਆਧਾਰ ਮੰਨ ਰਹੇ ਹੋ ਉਹ ਬਿਲਕੁਲ ਅਸ਼ੁੱਧ ਹੈ। ਮੈਂ ਇਹ ਨਹੀਂ ਕਹਿੰਦਾ ਕਿ ਪਿਆਰਾ ਸਿੰਘ ਪਦਮ ਕੌਮ ਦੇ ਕੋਈ ਵੱਡੇ ਵਿਦਵਾਨ ਨਹੀਂ ਸਨ, ਮੈਂ ਉਹਨਾਂ ਨੂੰ ਬਹੁਤ ਪੜ੍ਹਦਾ, ਬਹੁਤ ਸਤਿਕਾਰ ਹੈ ਮੇਰੇ ਮਨ ਦੇ ਵਿੱਚ, ਪਰ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਜ਼ਫਰਨਾਮੇ ਦੇ ਅਨੁਵਾਦ ਦੇ ਵਿੱਚ ਇਹ ਜਿਹੜੀਆਂ ਤਰੁੱਟੀਆਂ ਨੇ ਇਹ ਛਪਾਈ ਦੇ ਕਾਰਨ ਨੇ, ਤੇ ਸ਼ਾਇਦ ਉਹ ਅੱਜ ਸੰਸਾਰ ਦੇ ਵਿੱਚ ਨਾ ਹੋਣ ਕਰਕੇ ਇਸ ਦੀ ਦੁਬਾਰਾ ਸੋਧ ਜਾਂ ਇਸ ਦੀ ਪ੍ਰੂਫ ਰੀਡਿੰਗ ਨਹੀਂ ਕਰ ਸਕੇ। ਸੋ ਇਹ ਖੈਰ ਇੱਕ ਵੱਖਰਾ ਮਸਲਾ ਹੈ, ਪਰ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਸਭ ਤੋਂ ਪਹਿਲਾਂ ਅਸੀਂ ਜੇਕਰ ਉਰਦੂ ਔਰ ਫਾਰਸੀ ਦੇ ਦੋਵਾਂ ਖਰੜਿਆਂ ਦੇ ਵੱਲ ਵੇਖੀਏ ਤਾਂ ਤੁਸੀਂ ਵੇਖਦੇ ਹੋ ਕਿ ਇਹਦੇ ਵਿੱਚ ਵੀ ਮੁਹੰਮਦ ਸ਼ਬਦ ਦੀ ਵਰਤੋਂ ਹੀ ਕੀਤੀ ਗਈ ਹੈ। ਇਸੇ ਤਰ੍ਹਾਂ ਨਾਨਕ ਚੰਦ ਨਾਜ਼ ਵਾਲੇ ਖਰੜੇ ਦੇ ਵਿੱਚ ਵੀ ਮੁਹੰਮਦ ਸ਼ਬਦ ਦੀ ਹੀ ਵਰਤੋਂ ਕੀਤੀ ਗਈ ਹੈ। ਔਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹਨਾਂ ਦੋਹਾਂ ਖਰੜਿਆਂ ਤੋਂ ਬਾਅਦ ਸਾਡੇ ਕੋਲ ਇੱਕ ਪੰਜਾਬੀ ਦਾ ਅਨੁਵਾਦਿਤ ਖਰੜਾ ਆਉਂਦਾ ਹੈ, ਉਹ ਹੈ ਸਰ ਡਾਕਟਰ ਗੁਰਦੇਵ ਸਿੰਘ ਪੰਧੇਲ ਹੋਣਾ ਦਾ, ਜਿਨ੍ਹਾਂ ਨੇ ਨਾਲ ਪੰਜਾਬੀ ਦਿੱਤੀ ਹੈ ਤੇ ਨਾਲ ਫਾਰਸੀ ਦਿੱਤੀ ਹੋਈ ਹੈ। ਉਸ ਖਰੜੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਨੇ ਵੀ ਹਾਹੇ ਦੇ ਉੱਪਰ ਟਿੱਪੀ ਦੀ ਵਰਤੋਂ ਨਹੀਂ ਕੀਤੀ। ਸੋ ਇਹ ਮੈਂ ਤੁਹਾਨੂੰ ਫਾਰਸੀ ਔਰ ਅੱਜ ਦੇ ਕੁਝ ਨਵੀਨਤਮ ਖਰੜਿਆਂ ਦੀ ਗੱਲ ਕੀਤੀ ਹੈ। ਹੁਣ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹੈ ਕਿ ਜੇਕਰ ਸੱਚਮੁੱਚ ਹੀ ਅਸੀਂ ਉਸ ਵੀਰ ਦੀ ਗੱਲ ਨੂੰ ਆਧਾਰ ਬਣਾ ਕੇ, ਮੈਂ ਫਿਰ ਇੱਕ ਬੇਨਤੀ ਕਰਦਾ ਹਾਂ ਕਿ ਹੋ ਸਕਦਾ ਹੈ ਕਿ ਉਸ ਵੀਰ ਦਾ ਜਿਹੜਾ ਨਿਸ਼ਚਾ ਹੈ ਉਹ ਕੋਈ ਬੇਈਮਾਨ ਨਾ ਹੋਵੇ। ਉਹਨਾਂ ਦਾ ਜਿਹੜੇ ਉਹਨਾਂ ਨੇ ਸਵਾਲ ਚੁੱਕੇ ਨੇ, ਮੇਰੇ ਖਿਆਲ ਦੇ ਨਾਲ ਉਹਨਾਂ ਸਵਾਲਾਂ ਦੇ ਕਰਕੇ ਅੱਜ ਜ਼ਫਰਨਾਮੇ ਦੇ ਉੱਪਰ ਇਸ ਚਰਚਾ ਕਰਨ ਦਾ ਸਾਨੂੰ ਮੌਕਾ ਮਿਲਿਆ। ਅਹਿਮ ਗੱਲ ਇਹ ਹੈ ਕਿ ਸਾਡੇ ਕੋਲ ਜਿਹੜਾ ਸਭ ਤੋਂ ਪੁਰਾਤਨ ਖਰੜਾ ਪੰਜਾਬੀ ਦੇ ਵਿੱਚ ਅਨੁਵਾਦ ਹੈ ਜ਼ਫਰਨਾਮੇ ਦਾ, ਉਹਦੇ ਵਿੱਚ ਵੀ ਮੁਹੰਮਦ ਸ਼ਬਦ ਹੈ, ਨਾ ਹਾਹੇ ਦੇ ਉੱਪਰ ਅਦਕ ਹੈ ਨਾ ਮੰਮੇ ਦੇ ਪੈਰ ਦੇ ਵਿੱਚ ਔਂਕੜ, ਉਹ ਤੁਸੀਂ ਵੇਖ ਸਕਦੇ ਹੋ। ਉਸ ਤੋਂ ਅਸੀਂ ਜੇ ਹੋਰ ਅੱਗੇ ਆ ਜਾਈਏ ਤੇ ਜਿਹੜਾ ਭਾਈ ਨਰੈਣ ਸਿੰਘ ਹੁਣਾਂ ਨੇ ਦਸਮ ਗ੍ਰੰਥ ਦਾ ਅਨੁਵਾਦ ਕੀਤਾ ਹੈ, ਜਿਹੜਾ ਸੰਪਰਦਾਈ ਪ੍ਰਣਾਲੀਆਂ ਦੇ ਵਿੱਚ ਸਭ ਤੋਂ ਪਹਿਲਾਂ ਬਹੁਤ ਮਸ਼ਹੂਰ ਸੀ, ਭਾਈ ਨਰੈਣ ਸਿੰਘ ਜੀ ਮੁਜੰਗਾਂ ਵਾਲੇ, ਜਿਨ੍ਹਾਂ ਨੂੰ ਵਿਦਿਆ ਮਾਰਤੰਡ ਗਿਣਿਆ ਜਾਂਦਾ ਹੈ, ਤੁਸੀਂ ਉਹਨਾਂ ਦਾ ਖਰੜਾ ਵੀ ਵੇਖ ਸਕਦੇ ਹੋ ਕਿ ਇਹ ਜਿਹੜਾ ਭਾਈ ਨਰੈਣ ਸਿੰਘ ਹੁਣਾਂ ਦਾ ਖਰੜਾ ਹੈ ਇਹਦੇ ਵਿੱਚ ਵੀ ਉਹਨਾਂ ਨੇ ਮੁਹੰਮਦ ਸ਼ਬਦ ਦੀ ਵਰਤੋਂ ਕੀਤੀ ਹੈ। ਉਸ ਤੋਂ ਜੇਕਰ ਅਸੀਂ ਹੋਰ ਅੱਗੇ ਆ ਜਾਈਏ ਤਾਂ ਗਿਆਨੀ ਅਮੀਰ ਸਿੰਘ ਜੀ, ਗਲੀ ਸੱਤੋਕੀ ਵਾਲੇ, ਅੰਮ੍ਰਿਤਸਰ ਵਾਲੇ ਸੰਤ ਅਮੀਰ ਸਿੰਘ, ਉਹਨਾਂ ਨੇ ਵੀ ਆਪਣੇ ਖਰੜੇ ਦੇ ਵਿੱਚ ਮੁਹੰਮਦ ਸ਼ਬਦ ਦੀ ਵਰਤੋਂ ਕੀਤੀ ਹੈ। ਰਤਨ ਸਿੰਘ ਜੱਗੀ ਹੁਣਾਂ ਨੇ, ਜੇਕਰ ਅਸੀਂ ਉਹਨਾਂ ਦੇ ਜਿਹੜਾ ਦਸਮ ਗ੍ਰੰਥ ਦਾ ਪਾਠ ਔਰ ਸੰਪਾਦਨ ਹੈ, ਬਹੁਤ ਸਾਰੇ ਉਹਨਾਂ ਨੇ ਖਰੜਿਆਂ ਨੂੰ ਵਾਚਣ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਜਿਹੜਾ ਅੱਜ ਸਭ ਤੋਂ ਵੱਧ ਦਸਮ ਗ੍ਰੰਥ ਦਾ ਵਿਆਖਿਆ, ਅਨੁਵਾਦ ਜਾਂ ਟੀਕਾਕਾਰੀ ਸਿੱਖਾਂ ਦੇ ਵਿੱਚ ਪ੍ਰਚਲਿਤ ਹੈ, ਤਾਂ ਉਹ ਸਰਦਾਰ ਨਰੈਣ ਸਿੰਘ ਜਿਹੜੇ ਵਿਦਿਆ ਮਾਰਤੰਡ ਸੀ, ਉਹਨਾਂ ਤੋਂ ਬਾਅਦ ਰਤਨ ਸਿੰਘ ਜੱਗੀ ਹੁਣਾਂ ਦੀ ਹੈ, ਤੇ ਉਹਦੇ ਵਿੱਚ ਵੀ ਉਹਨਾਂ ਨੇ ਮੁਹੰਮਦ ਸ਼ਬਦ ਦੀ ਵਰਤੋਂ ਕੀਤੀ ਹੈ। ਇਸੇ ਤਰ੍ਹਾਂ ਜੇਕਰ ਤੁਸੀਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦਾ ਜੇਕਰ ਜ਼ਫਰਨਾਮਾ ਸਟੀਕ ਵੇਖਦੇ ਹੋ ਤਾਂ ਉਹਦੇ ਵਿੱਚ ਵੀ ਮੁਹੰਮਦ ਸ਼ਬਦ ਦੀ ਜਿਹੜੀ ਵਰਤੋਂ ਕੀਤੀ ਹੋਈ ਹੈ। ਇਸ ਤੋਂ ਇਲਾਵਾ ਹੋਰ ਵੀ ਜਿਹੜੇ ਕਈ ਸਾਡੇ ਕੋਲ ਖਰੜੇ ਨੇ ਜਿਨ੍ਹਾਂ ਦੇ ਵਿੱਚ ਮੁਹੰਮਦ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਹੁਣ ਜਿਸ ਤਰ੍ਹਾਂ ਇਸ ਵੀਰ ਨੇ ਕਿਹਾ ਹੈ ਕਿ ਸਤਿੰਦਰ ਸਰਤਾਜ ਹੁਣਾਂ ਨੇ ਮੁਹੰਮਦ ਸ਼ਬਦ ਦਾ ਉਚਾਰਨ ਠੀਕ ਨਹੀਂ ਕੀਤਾ, ਤਾਂ ਗੁਰੂ ਸਵਾਰਿਓ ਆ ਜਿਹੜੇ ਮੇਰੇ ਕੋਲ 20 ਖਰੜੇ ਪਏ ਨੇ, ਇਹਨਾਂ ਦੇ ਵਿੱਚ ਪਿਆਰਾ ਸਿੰਘ ਪਦਮ ਨੇ ਜਿਨ੍ਹਾਂ ਨੇ ਹਾਹੇ ਦੇ ਉੱਪਰ ਟਿੱਪੀ ਲਗਾਉਣ ਤੋਂ ਬਾਅਦ ਮੁਹੰਮਦ ਸ਼ਬਦ ਦੀ ਵਰਤੋਂ ਕੀਤੀ ਹੈ, ਭਾਵੇਂ ਕਿ ਜਿੰਨੇ ਵੀ ਵਿਆਖਿਆਕਾਰਾਂ ਨੇ ਮੁਹੰਮਦ ਸ਼ਬਦ ਵਿਆਖਿਆ ਦੇ ਵਿੱਚ ਲਿਖਿਆ ਹੈ
ਉਹਨਾਂ ਨੇ ਮੁਹੰਮਦ ਹਾਹੇ ਦੇ ਨਾਲ ਟਿੱਪੀ ਹੀ ਲਿਖਿਆ ਹੈ, ਕਿਉਂਕਿ ਉੱਥੇ ਉਹ ਸੱਲੱਲਾਹੁ ਅਲੈਹਿ ਵਸੱਲਮ ਹਜ਼ਰਤ ਮੁਹੰਮਦ ਸਾਹਿਬ ਦੇ ਨਾਮ ਨੂੰ ਸੰਬੋਧਿਤ ਹੋ ਕੇ ਵਿਆਖਿਆ ਕਰ ਰਹੇ ਨੇ। ਪਰ ਜਿੰਨਾ ਵੀ ਜ਼ਫਰਨਾਮੇ ਦੇ ਮੂਲ ਪਾਠ ਦੇ ਸਾਡੇ ਕੋਲ ਖਰੜੇ ਮੌਜੂਦ ਨੇ, ਉਹਨਾਂ ਸਾਰਿਆਂ ਦੇ ਵਿੱਚ ਹਾਹੇ ਦੇ ਉੱਪਰ ਟਿੱਪੀ ਦੀ ਵਰਤੋਂ ਨਹੀਂ ਕੀਤੀ ਗਈ। ਸਾਰਿਆਂ ਦੇ ਵਿੱਚ ਮੁਹੰਮਦ ਸ਼ਬਦ ਹੀ ਹੈ, ਮੁਹੰਮਦ ਨਹੀਂ ਹੈ। ਨਾ ਫਾਰਸੀ ਖਰੜਿਆਂ ਦੇ ਵਿੱਚ, ਨਾ ਉਰਦੂ ਵਾਲਿਆਂ ਦੇ ਵਿੱਚ, ਔਰ ਨਾ ਹੀ ਗੁਰਮੁਖੀ ਦੇ ਹੱਥ ਲਿਖ ਖਰੜਿਆਂ ਦੇ ਵਿੱਚ। ਤੇ ਗੁਰੂ ਸਵਾਰਿਓ, ਜੇਕਰ ਪਿਆਰਾ ਸਿੰਘ ਪਦਮ ਦੇ ਇਸ ਖਰੜੇ ਨੂੰ ਆਧਾਰ ਬਣਾ ਕੇ ਅਸੀਂ ਮੁਹੰਮਦ ਸ਼ਬਦ ਦੀ ਵਰਤੋਂ ਕਰਾਂਗੇ, ਤੇ ਖਿਆਲ ਕਰਿਓ ਕਿ ਜਿੰਨੇ ਵੀ ਸਾਡੇ ਹੱਥ ਲਿਖਤ ਸਰੂਪ ਨੇ, ਉਹਨਾਂ ਦੇ ਵਿੱਚ ਇਸ ਲਿਖਤ ਦੀ ਕਿੰਨੀ ਵੱਡੀ ਬੇਅਦਬੀ ਹੋਵੇਗੀ। ਇਹ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਹੈ। ਸੋ ਇੱਥੇ ਜਿਹੜੀ ਸਤਿੰਦਰ ਸਰਤਾਜ ਨੇ ਆਪਣੀ ਗਾਇਨ ਸ਼ੈਲੀ ਦੇ ਵਿੱਚ, ਉਚਾਰਨ ਦੇ ਵਿੱਚ ਤੇ ਲਿਖਤ ਦੇ ਵਿੱਚ ਜਿਹੜੀ ਮੁਹੰਮਦ ਸ਼ਬਦ ਦੀ ਵਰਤੋਂ ਮੰਮੇ ਦੇ ਪੈਰ ਦੇ ਵਿੱਚ ਔਂਕੜ ਔਰ ਹਾਹੇ ਦੇ ਉੱਪਰ ਜਿਹੜੀ ਹੈ ਉਹ ਅਦਕ ਲਗਾ ਕੇ ਕੀਤੀ ਹੈ, ਉਹ ਫਾਰਸੀ ਦੇ ਸਰੋਤਾਂ ਦੇ ਅਨੁਕੂਲ ਬਿਲਕੁਲ ਦਰੁਸਤ ਹੈ। ਇਸੇ ਸ਼ੇਰ ਦੇ ਵਿੱਚ ਇੱਕ ਨੁਕਤਾ ਹੋਰ ਉਠਾਇਆ ਗਿਆ ਹੈ, ਜਿਸ ਨੁਕਤੇ ਦੇ ਉੱਪਰ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਜੇਕਰ ਅਸੀਂ ਫਾਰਸੀ ਦੀ ਜਿਹੜੀ ਉਚਾਰਨ ਤੇ ਗਾਇਨ ਸ਼ੈਲੀ ਦੇ ਵਿੱਚ ਜਿਹੜਾ ਸ਼ਬਦਾਂ ਦਾ ਤਵਾਜ਼ਨ ਹੁੰਦਾ ਹੈ, ਜਿਸ ਤਰ੍ਹਾਂ ਜਿਹੜਾ ਜ਼ਫਰਨਾਮਾ ਹੈ, ਬੇਸਿਕਲੀ ਇਹਦੀ ਜਿਹੜੀ ਬਹਿਰ ਹੈ ਉਹ ਮਸਨਵੀ ਵਾਲੀ ਹੈ। ਤੇ ਮਸਨਵੀ ਬਹਿਰ ਦੇ ਵਿੱਚ ਜਦੋਂ ਅਸੀਂ ਜ਼ਫਰਨਾਮੇ ਦਾ ਉਚਾਰਨ ਕਰਦੇ ਹਾਂ, ਉਹ ਹੈ ਫੌਲਨ 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 ਫੌਲ, ਜਿਸ ਨੂੰ ਅਸੀਂ ਜੇਕਰ ਉਚਾਰਨ ਦੀ ਬਹਿਰ ਦੇ ਵਿੱਚ ਉਚਾਰਨਾ ਹੋਵੇ ਤਾਂ ਫੌਲਨ 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 ਫੌਲ ਹੈ ਕਿ ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਿਕ ਰਿਹਾ ਕੋ ਰਹੀਨ। ਸੋ ਇਹ ਜਿਹੜੀ ਇਹਦੀ ਬਹਿਰ ਹੈ, ਜਿਸ ਨੂੰ ਮਸਨਵੀ ਦੀ ਬਹਿਰ ਕਿਹਾ ਜਾਂਦਾ ਹੈ। ਸੋ ਇਹਦੇ ਵਿੱਚ ਉਸ ਵੀਰ ਵੱਲੋਂ ਇੱਕ ਨੁਕਤਾ ਜਿਹੜਾ ਹੈ ਉਹ ਉਠਾਇਆ ਗਿਆ ਹੈ ਕਿ ਜਿਹੜਾ ਜ਼ਫਰਨਾਮੇ ਦਾ ਇਹ ਸ਼ੇਰ ਹੈ ਕਿ ਨਾ ਈਮਾ ਪਰਸਤੀ, ਨਾ ਔਜ਼ਾਏ ਦੀਨ, ਨਾ ਸਾਹਿਬ ਸ਼ਨਾਸੀ, ਨਾ ਮੁਹੰਮਦ ਜ਼ਕੀ, ਕਿ ਇਸ ਸ਼ੇਰ ਦੇ ਵਿੱਚ ਸਤਿੰਦਰ ਸਰਤਾਜ ਨੇ ਨਾ ਮੁਹੰਮਦ ਜ਼ਕੀ ਜਿਹੜਾ ਹੈ ਉਹਦੇ ਤੋਂ ਪਹਿਲਾਂ ਨਾ ਸ਼ਬਦ ਦੀ ਵਰਤੋਂ ਨਹੀਂ ਕੀਤੀ। ਕਿਸੇ ਹੱਦ ਤੱਕ ਮੈਂ ਕਹਿੰਦਾ ਕਿ ਇਸ ਵੀਰ ਦਾ ਜਿਹੜਾ ਇਹ ਉਹਨਾਂ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ, ਇਹ ਜਾਇਜ਼ ਇਸ ਕਰਕੇ ਹੈ ਕਿ ਸਾਡੇ ਕੋਲ ਜਿਹੜੇ ਫਾਰਸੀ ਦੇ 3 ਖਰੜੇ ਨੇ, ਉਹਨਾਂ ਦੇ ਵਿੱਚੋਂ 2 ਦੇ ਵਿੱਚ ਨਾ ਮੁਹੰਮਦ ਜ਼ਕੀ ਸ਼ਬਦ ਹੀ ਹੈ, ਇੱਕ ਦੇ ਵਿੱਚ ਨਾ ਸ਼ਬਦ ਨਹੀਂ ਹੈ। ਇਸੇ ਤਰ੍ਹਾਂ ਹੀ ਜਿਹੜਾ ਤੁਸੀਂ ਵੇਖ ਸਕਦੇ ਹੋ ਕਿ ਨਿਰੰਜਨ ਸਿੰਘ ਨੂਰ ਹੁਣਾਂ ਨੇ ਜਿਹੜਾ ਜ਼ਫਰਨਾਮੇ ਦਾ ਪੰਜਾਬੀ ਅਨੁਵਾਦ ਕੀਤਾ ਹੈ, ਔਰ ਉਸ ਅਨੁਵਾਦ ਕਰਨ ਦੇ ਵਾਸਤੇ ਜਿਹੜਾ ਉਹਨਾਂ ਨੇ ਫਾਰਸੀ ਦਾ ਖਰੜਾ ਵਰਤਿਆ, ਉਹਦੇ ਵਿੱਚ ਵੀ ਨੂਨ ਸ਼ਬਦ ਦੀ ਵਰਤੋਂ ਨਹੀਂ ਹੈ, ਨਾ ਸਾਹਿਬ ਸ਼ਨਾਸੀ, ਮੁਹੰਮਦ ਜ਼ਕੀ। ਇਸੇ ਤਰ੍ਹਾਂ ਹੀ ਜਿਹੜਾ ਇੱਕ ਖਰੜਾ ਇੰਟਰਨੈਟ ਦੇ ਉੱਪਰ ਅਵੇਲੇਬਲ ਹੈ, ਤੁਸੀਂ ਵੇਖ ਸਕਦੇ ਹੋ, ਜਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਭਾਸ਼ਾ ਭਾਗ ਦੇ ਖਰੜੇ ਦਾ ਹੀ ਇਹ ਜਿਹੜਾ ਰੂਪਾਂਤਰਣ ਹੈ, ਤੇ ਉਹਦੇ ਵਿੱਚ ਵੀ ਜਿਹੜਾ ਨਾ ਸਾਹਿਬ ਸ਼ਨਾਸੀ ਨਾ ਮੁਹੰਮਦ ਜ਼ਕੀ ਹੈ, ਉਹਦੇ ਵਿੱਚ ਵੀ ਨੂਨ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਸੋ ਇਹਦੇ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਜੇਕਰ ਸਤਿੰਦਰ ਸਰਤਾਜ ਨੂਨ ਸ਼ਬਦ ਦੀ ਵਰਤੋਂ ਕਰ ਲੈਂਦੇ ਤਾਂ ਹੋਰ ਵੀ ਵਧੀਆ ਹੁੰਦਾ, ਪਰ ਜੇਕਰ ਨੂਨ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ, ਭਾਵ ਕਿ ਨਾ ਮੁਹੰਮਦ ਜ਼ਕੀ ਨਹੀਂ ਕਿਹਾ ਗਿਆ, ਤੇ ਇਹਦੇ ਨਾਲ ਇਸ ਦੇ ਅਰਥਾਂ ਦੇ ਉੱਪਰ ਕੋਈ ਅਸਰ ਨਹੀਂ ਪੈਂਦਾ, ਕਿਉਂਕਿ ਨਿਰੰਜਨ ਸਿੰਘ ਨੂਰ ਹੁਣਾਂ ਨੇ, ਉਸ ਤੋਂ ਇਲਾਵਾ ਹੋਰ ਜਿਹੜੇ ਫਾਰਸੀ ਦੇ ਖਰੜੇ ਨੇ, ਉਹਨਾਂ ਦੇ ਵਿੱਚ ਜਿੰਨੇ ਵੀ ਵਿਆਖਿਆਕਾਰਾਂ ਨੇ ਅਰਥ ਕੀਤੇ ਨੇ, ਉਹ ਨੂਨ ਸ਼ਬਦ ਦੀ ਇੱਕ ਥਾਂ ਵਰਤੋਂ ਹੋਣ ਦੇ ਨਾਲ ਇਹ ਜਿਹੜੀ ਸਾਰੀ ਪੂਰੀ ਇਬਾਰਤ ਹੈ, ਉਹਦੇ ਜਿਹੜੇ ਅਰਥ ਨੇ ਉਹ ਨਕਾਰਾਤਮਕ ਰੂਪ ਦੇ ਵਿੱਚ ਹੁੰਦੇ ਨੇ ਕਿ ਨਾ ਸਾਹਿਬ ਸ਼ਨਾਸੀ ਮੁਹੰਮਦ ਜ਼ਕੀ, ਕਿ ਨਾ ਤੈਨੂੰ ਪਰਮਾਤਮਾ ਦੀ ਸ਼ਨਾਖਤ ਹੈ ਤੇ ਨਾ ਮੁਹੰਮਦ ਸਾਹਿਬ ਦੇ ਉੱਪਰ ਸੱਲੱਲਾਹੁ ਅਲੈਹਿ ਵਸੱਲਮ ਮੁਹੰਮਦ ਸਾਹਿਬ ਦੇ ਉੱਪਰ ਯਕੀਨ ਹੈ। ਸੋ ਇੱਥੇ ਇੱਕ ਗੱਲ ਅਹਿਮ ਹੈ ਕਿ ਜਦੋਂ ਅਸੀਂ ਫਾਰਸੀ ਦੀ ਗਾਇਨ ਸ਼ੈਲੀ ਦੇ ਵਿੱਚ ਜ਼ਫਰਨਾਮੇ ਨੂੰ ਲੈ ਕੇ ਜਾਵਾਂਗੇ, ਤੇ ਜਿਹੜੀ ਬਹਿਰ ਦੇ ਵਿੱਚ ਇਸ ਇਬਾਰਤ ਨੂੰ ਮਸਨਵੀ ਦੇ ਰੂਪ ਦੇ ਵਿੱਚ ਗਾਇਆ ਜਾਂਦਾ ਹੈ, ਤੇ ਉਹਦੇ ਵਿੱਚ ਜਦੋਂ ਅਸੀਂ ਸ਼ਬਦਾਂ ਦਾ ਤਵਾਜ਼ਨ ਵੇਖਣਾ ਹੁੰਦਾ ਹੈ, ਇੱਥੇ ਨਾ ਸ਼ਬਦ ਦੀ ਵਰਤੋਂ ਨਾ ਵੀ ਕੀਤੀ ਜਾਵੇ ਤਾਂ ਇਹਦਾ ਜਿਹੜਾ ਅਰਥ ਹੈ ਉਹਦੇ ਉੱਪਰ ਕੋਈ ਅਸਰ ਨਹੀਂ ਪੈਂਦਾ। ਸੋ ਮੈਂ ਪਹਿਲਾਂ ਵੀ ਦੱਸ ਦਿੱਤਾ ਹੈ ਕਿ ਬਹੁਤ ਸਾਰੇ ਐਸੇ ਖਰੜੇ ਨੇ ਜਿਨ੍ਹਾਂ ਦੇ ਵਿੱਚ ਨਾ ਸ਼ਬਦ ਮੌਜੂਦ ਹੈ, ਪਰ ਬਹੁਤ ਸਾਰੇ ਐਸੇ ਖਰੜੇ ਵੀ ਨੇ
ਜਿਨ੍ਹਾਂ ਦੇ ਵਿੱਚ ਨਾ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਸੋ ਸਤਿੰਦਰ ਸਰਤਾਜ ਹੁਣਾਂ ਦੇ ਉੱਪਰ ਇਹ ਜਿਹੜਾ ਸੀਗਾ ਇਹ ਕਹਿ ਸਕਦੇ ਹਾਂ ਕਿ ਇੱਕ ਦੋਸ਼ ਜਾਂ ਕਿਹਾ ਜਾਂਦਾ ਕਿ ਉਹਨਾਂ ਦੇ ਉਚਾਰਨ ਦੇ ਵਿੱਚ ਇਹ ਹੈ ਕਿ ਨਾ ਮੁਹੰਮਦ ਜ਼ਕੀਨ ਦੇ ਵਿੱਚ ਉਹਨਾਂ ਨੇ ਨਾ ਸਾਹਿਬ ਸ਼ਨਾਸੀ ਮੁਹੰਮਦ ਜ਼ਕੀਨ ਤੋਂ ਪਹਿਲਾਂ ਨਾ ਸ਼ਬਦ ਦੀ ਵਰਤੋਂ ਨਹੀਂ ਕੀਤੀ। ਤੇ ਮੈਂ ਇੱਕ ਬੇਨਤੀ ਕਰਾਂ ਕਿ ਜਿਹੜੇ ਫਾਰਸੀ ਦੇ ਸਾਡੇ ਕੋਲ ਇਹ ਖਰੜੇ ਨੇ ਉਹਨਾਂ ਦੇ ਵਿੱਚ ਕੁਝ ਦੇ ਵਿੱਚ ਹੈ ਤੇ ਕੁਝ ਦੇ ਵਿੱਚ ਨਹੀਂ, ਪਰ ਇਹ ਕੋਈ ਸਥਾਈ ਇੰਨੀ ਔਖੀ ਕੰਮ ਨਹੀਂ ਤੇ ਨਾ ਹੀ ਇਹ ਕੋਈ ਏਡੀ ਵੱਡੀ ਗਲਤੀ ਹੈ ਕਿ ਜਿਹਦੀ ਦਰੁਸਤੀ ਨਾ ਕੀਤੀ ਜਾ ਸਕੇ। ਔਰ ਜੇਕਰ ਦਰੁਸਤੀ ਨਹੀਂ ਵੀ ਕੀਤੀ ਜਾਂਦੀ ਤਾਂ ਇਸ ਦੇ ਨਾਲ ਅਰਥਾਂ ਦੇ ਉੱਪਰ ਕੋਈ ਅਸਰ ਨਹੀਂ ਪੈਂਦਾ, ਕਿਉਂਕਿ ਬਹੁਤ ਸਾਰੇ ਜ਼ਫਰਨਾਮਿਆਂ ਦੇ ਐਸੇ ਖਰੜੇ ਨੇ ਜਿਨ੍ਹਾਂ ਦੇ ਵਿੱਚ ਅਰਥ ਜਿਹੜੇ ਨੇ ਉਹ ਇਕਸਾਰ ਨੇ, ਪਰ ਉੱਥੇ ਮੁਹੰਮਦ ਜ਼ਕੀਨ ਤੋਂ ਪਹਿਲਾਂ ਨਾ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਇਸੇ ਤਰ੍ਹਾਂ ਉਚਾਰਨ ਦੇ ਵਿੱਚ ਤੁਸੀਂ ਵੇਖਿਆ ਕਿ ਜਿਸ ਤਰ੍ਹਾਂ ਅਸੀਂ ਮੈਂ ਸੋਚਦਾ ਕਿ ਇੱਕ ਬਹੁਤ ਵਧੀਆ ਉਚਾਰਨ ਸੇਧ ਜਿਹੜੀ ਹੈ ਉਹ ਸਤਿੰਦਰ ਸਰਤਾਜ ਨੇ ਆਪਣੀ ਗਾਇਨ ਸ਼ੈਲੀ ਦੇ ਵਿੱਚ, ਉਚਾਰਨ ਦੇ ਵਿੱਚ ਤੇ ਲਿਖਤ ਦੇ ਵਿੱਚ ਦਿੱਤੀ ਹੈ। ਉਹ ਇਹ ਹੈ ਕਿ ਅਕਸਰ ਤੁਸੀਂ ਵੇਖਦੇ ਹੋਵੋਗੇ ਕਿ ਜਿਹੜੇ ਸ਼ਬਦ ਫਾਰਸੀ ਚੋਂ ਜਾਂ ਸਾਮੀ ਭਾਸ਼ਾਵਾਂ ਚੋਂ ਪੰਜਾਬੀ ਚ ਆਉਂਦੇ ਆ, ਜਿਸ ਤਰ੍ਹਾਂ ਕਮਾਨ ਸ਼ਬਦ ਜਿਹੜਾ ਤੀਰ ਕਮਾਨ ਹੈ, ਅਸੀਂ ਕਮਾਂ ਲਿਖਣ ਲੱਗੇ ਮੰਮੇ ਨੂੰ ਕੰਨਾ ਪਾ ਕੇ ਉੱਪਰ ਬਿੰਦੀ ਦੀ ਵਰਤੋਂ ਕਰਦੇ ਹਾਂ। ਇਸੇ ਤਰ੍ਹਾਂ ਜ਼ਵਾਂ ਸ਼ਬਦ, ਇਸ ਤੋਂ ਬਾਅਦ ਇਸੇ ਤਰ੍ਹਾਂ ਹੋਰ ਕਈ ਸ਼ਬਦ ਆ ਜਾਂਦੇ ਨੇ, ਮਿਆਂ, ਕਮਾਂ, ਜ਼ਵਾਂ, ਜਿਨ੍ਹਾਂ ਦੇ ਵਿੱਚ ਅਸੀਂ ਜਿਹੜਾ ਹੈ ਉਹ ਤਕਰੀਬਨ ਕੰਨੇ ਦੇ ਉੱਪਰ ਬਿੰਦੀ ਲਾ ਕੇ ਉਸ ਦਾ ਉਚਾਰਨ ਜਿਹੜਾ ਅੱਧੇ ਨੰਨੇ ਦਾ ਕਰਦੇ ਹਾਂ, ਜਦੋਂ ਕਿ ਉਹ ਫਾਰਸੀ ਦੇ ਮੁਤਾਬਕ ਪੂਰਾ ਸ਼ੁੱਧ ਉਚਾਰਨ ਨਹੀਂ ਬਣਦਾ। ਹੁਣ ਇੱਥੇ ਜਦੋਂ ਸਤਿੰਦਰ ਸਰਤਾਜ ਦਾ ਲਿਖਿਆ ਜ਼ਕੀਨ ਸ਼ਬਦ ਤੁਸੀਂ ਵੇਖੋਗੇ ਤੇ ਉਹਦੇ ਵਿੱਚ ਜਿਹੜਾ ਅਸਲੀ ਉਚਾਰਨ ਹੈ ਉਹ ਫਾਰਸੀ ਦੇ ਮੁਤਾਬਕ ਜ਼ਕੀ ਹੈ, ਤੇ ਜਿਹੜਾ ਕੱਕਾ ਹੈ ਉਹ ਪੰਜਾਬੀ ਦੇ ਵਿੱਚ ਕੱਕੇ ਦੀ ਆਵਾਜ਼ ਦਿੰਦਾ ਹੈ, ਜਦੋਂ ਕਿ ਜਿਹੜਾ ਫਾਰਸੀ ਦੇ ਵਿੱਚ ਜਾਂ ਉਰਦੂ ਦੇ ਵਿੱਚ ਕਾਫ ਔਰ ਕੁਆਫ ਦੋ ਵੱਖਰੇ ਵੱਖਰੇ ਸ਼ਬਦ ਨੇ। ਤੁਸੀਂ ਅੰਗਰੇਜ਼ੀ ਦੇ ਵਿੱਚ ਵੀ ਵੇਖੋਗੇ ਤੇ ਮੁਕੱਦਸ ਕੁਰਾਨ ਸ਼ਰੀਫ ਨੂੰ ਕੇ ਦੇ ਨਾਲ ਨਹੀਂ ਬਲਕਿ ਕਿਊ ਦੇ ਨਾਲ ਲਿਖਿਆ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਤੁਸੀਂ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਵੇਖੋਗੇ ਤੇ ਉਹਨਾਂ ਨੇ ਕੁਰਾਨ ਸ਼ਬਦ ਲਿਖਣ ਸਮਿਆਂ ਉਹਦਾ ਜਿਹੜਾ ਸ਼ੁੱਧ ਉਚਾਰਨ ਕੁਰਾਂ ਕਰਨਾ ਸੀ ਤੇ ਉਹਦੇ ਵਿੱਚ ਕੱਕੇ ਦੇ ਪੈਰ ਹੇਠਾਂ ਬਿੰਦੀ ਪਾਈ ਹੈ, ਕੱਕੇ ਨੂੰ ਜਿਹੜੀ ਕਿਊ ਦੀ ਆਵਾਜ਼ ਦੇਣ ਦੇ ਵਾਸਤੇ। ਤੇ ਸਤਿੰਦਰ ਸਰਤਾਜ ਨੇ ਬਿਲਕੁਲ ਉਸੇ ਬਿੱਦ ਨੂੰ ਵਰਤਦਿਆਂ ਹੋਇਆਂ ਜ਼ਕੀ ਦੇ ਵਿੱਚ ਕੱਕੇ ਦੇ ਪੈਰ ਦੇ ਵਿੱਚ ਬਿੰਦੀ ਪਾ ਕੇ ਔਰ ਨੂਨ ਨੂੰ ਤਸ਼ਦੀਦ ਦਿੱਤੀ ਹੈ ਕਿ ਅੱਧਾ ਨੂਨ ਬੋਲਣਾ ਹੈ। ਔਰ ਮੈਂ ਸੋਚਦਾ ਹਾਂ ਕਿ ਅੱਜ ਦੇ ਸਿਖਿਆਰਥੀਆਂ ਦੇ ਵਾਸਤੇ ਜਾਂ ਜ਼ਫਰਨਾਮਾ ਜਾਂ ਹੋਰ ਫਾਰਸੀ ਭਾਸ਼ਾ ਦੇ ਸਰੋਤਾਂ ਦੇ ਉੱਪਰ ਕੰਮ ਕਰਨ ਵਾਲੇ ਸਿਖਿਆਰਥੀਆਂ ਦੇ ਵਾਸਤੇ ਇੱਕ ਇਹ ਮੈਂ ਸੋਚਦਾ ਕਿ ਇੱਕ ਬੜੀ ਨਵੀਂ ਲੀਹ ਹੈ ਕਿ ਅਸੀਂ ਪੰਜਾਬੀ ਦੇ ਵਿੱਚ ਫਾਰਸੀ ਦੇ ਸ਼ਬਦਾਂ ਦਾ ਉਚਾਰਨ ਕਿਵੇਂ ਕਰਨਾ ਹੈ, ਕਿ ਅਸੀਂ ਯਕੀਨ ਕਹਿ ਦਿੰਦੇ ਹਾਂ, ਯਕੀਨ ਕਹਿ ਦਿੰਦੇ ਹਾਂ, ਪਰ ਦਰਅਸਲ ਜਿਹੜਾ ਫਾਰਸੀ ਦਾ ਉਚਾਰਨ ਹੈ ਉਹ ਜ਼ਕੀ ਅਸੀਂ ਕਿਵੇਂ ਕਰਨਾ ਹੈ। ਸੋ ਇਹ ਬਹੁਤ ਵਧੀਆ ਉਹਨਾਂ ਨੇ ਇਸ ਆਪਣੀ ਸ਼ੈਲੀ ਦੇ ਵਿੱਚ, ਗਾਇਨ ਦੇ ਵਿੱਚ ਵੀ ਔਰ ਲਿਖਣ ਸ਼ੈਲੀ ਦੇ ਵਿੱਚ ਵੀ ਇਸ ਦੀ ਵਰਤੋਂ ਕੀਤੀ ਹੈ। ਇਸ ਤੋਂ ਅੱਗੇ ਜਿਹੜਾ ਸਤਿੰਦਰ ਸਰਤਾਜ ਵੱਲੋਂ ਗਾਏ ਗਏ ਜ਼ਫਰਨਾਮੇ ਦੇ ਉੱਪਰ ਇੱਕ ਬਹੁਤ ਹੀ ਅਹਿਮ ਕਿੰਤੂ ਕੀਤਾ ਗਿਆ, ਔਰ ਉਹ ਕਿੰਤੂ ਇਸ ਰੂਪ ਦੇ ਵਿੱਚ ਕੀਤਾ ਗਿਆ ਕਿ ਜਦੋਂ ਵੀ ਉਸ ਵੀਰ ਵੱਲੋਂ ਕੀਤੀ ਗਈ ਇੰਟਰਵਿਊ ਨੂੰ ਕੋਈ ਵੀ ਨੌਜਵਾਨ ਵੀਰ ਜਾਂ ਕੋਈ ਵੀ ਮੈਂ ਸੋਚਦਾ ਕਿ ਇਤਿਹਾਸ ਦੇ ਵਿੱਚ ਰੁਚੀ ਰੱਖਣ ਵਾਲਾ ਵਿਅਕਤੀ ਸੁਣਦਾ ਹੈ ਤੇ ਇੰਝ ਲੱਗਦਾ ਹੈ ਕਿ ਸਤਿੰਦਰ ਸਰਤਾਜ ਨੇ ਤਾਂ ਇੱਕ ਬਹੁਤ ਵੱਡੀ ਅਣਗਹਿਲੀ ਕਰ ਦਿੱਤੀ ਹੈ। ਉਹ ਸ਼ਬਦ ਹੈ ਪੀਰ ਮੋਰੋ। ਉਸ ਵੀਰ ਨੇ ਕਿਹਾ ਹੈ ਕਿ ਸਤਿੰਦਰ ਸਰਤਾਜ ਨੇ ਪੀਰ ਮੋਰੋ ਸ਼ਬਦ ਦੀ ਵਰਤੋਂ ਕਰਕੇ ਜ਼ਫਰਨਾਮੇ ਦੇ ਵਿੱਚ ਇੱਕ ਬਹੁਤ ਵੱਡੀ ਕੁਤਾਹੀ ਕੀਤੀ ਹੈ, ਜਿਸ ਦੇ ਨਾਲ ਜਿਹੜੇ ਚੌਪਈ ਸਾਹਿਬ ਦੇ ਜਿਹੜਾ ਸ਼ਬਦ ਹੁੰਦਾ ਚੀਂਟੀ ਤੇ ਕੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਉਸ ਦੀ ਜਿਹੜੀ ਹੈ ਉਲੰਘਣਾ ਹੋਈ ਹੈ। ਮੇਰੇ ਖਿਆਲ ਦੇ ਨਾਲ ਉਸ ਵੀਰ ਨੇ ਫਾਰਸੀ ਦੇ ਔਰ ਜਿੰਨੇ ਵੀ ਪੁਰਾਣੇ ਹੱਥ ਲਿਖਤ ਖਰੜੇ ਨੇ ਉਹਨਾਂ ਦਾ ਅਧਿਐਨ ਨਹੀਂ ਕੀਤਾ। ਮੈਂ ਉਹਨਾਂ ਨੂੰ ਦੱਸ ਦੇਵਾਂ ਕਿ ਸਰਤਾਜ ਦੇ ਵੱਲੋਂ ਜਿਹੜਾ ਇਹ ਗਾਇਨ ਕੀਤਾ ਗਿਆ ਹੈ ਉਹਦੇ ਵਿੱਚ ਉਸਨੇ ਪੀਰ ਮੋਰੋ ਸ਼ਬਦ ਦਾ ਉਚਾਰਨ ਹੀ ਕੀਤਾ ਹੈ ਔਰ ਲਿਖਣ ਦੇ ਵਿੱਚ ਵੀ ਪੀਰ ਮੋਰੋ ਸ਼ਬਦ ਹੀ ਵਰਤਿਆ ਹੈ। ਹੁਣ ਇਸ ਦਾ ਅਸੀਂ ਆਧਾਰ ਵੇਖਾਂਗੇ ਕਿ ਸਤਿੰਦਰ ਸਰਤਾਜ ਨੇ ਇਹ ਸ਼ਬਦ ਕਿੱਥੋਂ ਲਿਆ ਹੈ। ਹੁਣ ਸਭ ਤੋਂ ਪਹਿਲੀ ਗੱਲ ਹੈ ਕਿ ਸਾਡੇ ਕੋਲ ਤੁਸੀਂ ਆ ਵੇਖ ਸਕਦੇ ਹੋ ਕਿ ਪੱਥਰ ਛਾਪੇ ਦਾ ਖਰੜਾ ਹੈ। ਇਸ ਖਰੜੇ ਦੇ ਵਿੱਚ ਪੀਰ ਮੋਰੋ ਸ਼ਬਦ ਦੀ ਹੀ ਵਰਤੋਂ ਕੀਤੀ ਗਈ ਹੈ। ਨਾਨਕ ਚੰਦ ਨਾਜ ਨੇ ਆਪਣੇ ਖਰੜੇ ਦੇ ਵਿੱਚ ਜਿਹੜਾ ਕਿ ਉਹਨਾਂ ਨੇ ਉਰਦੂ ਅਨੁਵਾਦ ਦੇ ਵਿੱਚ ਇਸ ਨੂੰ ਸ਼ੇਰਾਂ ਦੇ ਵਿੱਚ ਵੀ ਅਨੁਵਾਦਿਤ ਕੀਤਾ ਹੈ, ਉਹਦੇ ਵਿੱਚ ਵੀ ਉਹਨਾਂ ਨੇ ਪੀਰ ਮੋਰੋ ਸ਼ਬਦ ਦੀ ਵਰਤੋਂ ਕੀਤੀ ਹੈ।
ਇਸੇ ਤਰ੍ਹਾਂ ਹੀ ਜਿਹੜਾ ਹੱਥ ਲਿਖਤ ਇੱਕ ਹੋਰ ਸਾਡੇ ਕੋਲ ਨੁਸਖਾ ਜ਼ਫਰਨਾਮੇ ਦਾ ਹੈ, ਉਹਦੇ ਵਿੱਚ ਵੀ ਪੀਰ ਮੋਰੋ ਸ਼ਬਦ ਦੀ ਵਰਤੋਂ ਹੋਈ ਹੈ। ਹੁਣ ਇਸ ਤੋਂ ਬਾਅਦ ਅਸੀਂ ਆ ਜਾਂਦੇ ਹਾਂ ਪੰਜਾਬੀ ਦੇ ਖਰੜਿਆਂ ਦੇ ਵੱਲ। ਪੰਜਾਬੀ ਦੇ ਖਰੜਿਆਂ ਦੇ ਵਿੱਚ ਜਿਹੜਾ ਹੱਥ ਲਿਖਤ ਸਰੂਪ ਹਜੂਰ ਸਾਹਿਬ ਦਸਮ ਗ੍ਰੰਥ ਦਾ, ਤੇ ਉਸ ਤੋਂ ਬਾਅਦ ਜਿਹੜਾ ਨਵੀਨਤਮ ਸਰੂਪ ਜਿਸ ਦਾ ਪ੍ਰਕਾਸ਼ ਵੀ ਕੀਤਾ ਜਾਂਦਾ ਹੈ, ਉਹਦੇ ਵਿੱਚ ਵੀ ਪੀਰ ਮੋਰੋ ਸ਼ਬਦ ਹੀ ਵਰਤਿਆ ਗਿਆ ਹੈ। ਇੱਕ ਆ ਪੰਜਾਬੀ ਦਾ ਹੱਥ ਲਿਖਤ ਖਰੜਾ ਜਿਹਦੇ ਬਾਰੇ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ, ਉਹਦੇ ਵਿੱਚ ਵੀ ਪੀਰ ਮੋਰੋ ਸ਼ਬਦ ਹੀ ਵਰਤਿਆ ਗਿਆ ਹੈ। ਉਸ ਤੋਂ ਬਾਅਦ ਗਿਆਨੀ ਨਰੈਣ ਸਿੰਘ ਜੀ ਵਿਦਿਆ ਮਾਰਤੰਡ ਮੁਜੰਗਾਂ ਵਾਲੇ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਦਸਮ ਗ੍ਰੰਥ ਦੀ ਜਿਹੜੀ ਹੈ ਉਹ ਵਿਆਖਿਆ ਤੇ ਅਨੁਵਾਦ ਕੀਤਾ ਹੈ, ਉਹਨਾਂ ਦਾ ਤੁਸੀਂ ਆ ਵੇਖ ਸਕਦੇ ਹੋ ਕਿ ਉਹਨਾਂ ਨੇ ਵੀ ਆਪਣੇ ਖਰੜੇ ਦੇ ਵਿੱਚ ਪੀਰ ਮੋਰੋ ਸ਼ਬਦ ਹੀ ਵਰਤਿਆ ਹੈ। ਉਸ ਤੋਂ ਅਸੀਂ ਹੋਰ ਅੱਗੇ ਆ ਜਾਈਏ ਤੇ ਜਿਹੜਾ ਦਸਮ ਗ੍ਰੰਥ ਦਾ ਅਨੁਵਾਦ ਰਤਨ ਸਿੰਘ ਜੱਗੀ ਹੁਣਾਂ ਨੇ ਕੀਤਾ ਹੈ, ਉਹਦੇ ਵਿੱਚ ਵੀ ਉਹਨਾਂ ਨੇ ਪੀਰ ਮੋਰੋ ਸ਼ਬਦ ਹੀ ਵਰਤਿਆ ਹੈ। ਜਿਹੜੇ ਪੰਜਾਬੀ ਦੇ ਨਵੇਂ ਹੋਰ ਖਰੜੇ ਨੇ, ਉਹਨਾਂ ਦੇ ਵਿੱਚ ਸਿੱਖ ਮਿਸ਼ਨਰੀ ਕਾਲਜ ਦਾ ਜਿਹੜਾ ਜ਼ਫਰਨਾਮੇ ਦਾ ਸਟੀਕ ਹੈ, ਉਹਦੇ ਵਿੱਚ ਵੀ ਪੀਰ ਮੋਰੋ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇਸੇ ਤਰ੍ਹਾਂ ਜਿਹੜਾ ਗਿਆਨੀ ਅਮੀਰ ਸਿੰਘ ਹੁਣਾਂ ਵਾਲਾ ਖਰੜਾ ਹੈ, ਉਹਦੇ ਵਿੱਚ ਵੀ ਪੀਰ ਮੋਰੋ ਸ਼ਬਦ ਦੀ ਜਿਹੜੀ ਉਹ ਵਰਤੋਂ ਜਿਹੜੀ ਹੈ ਉਹ ਕੀਤੀ ਗਈ ਹੈ। ਇਸੇ ਤਰ੍ਹਾਂ ਦੇ ਨਾਲ ਜਿੰਨੇ ਸਾਡੇ ਕੋਲ ਇੰਟਰਨੈਟ ਦੇ ਉੱਪਰ ਜਿਹੜੇ ਖਰੜੇ ਮੌਜੂਦ ਨੇ, ਉਹਨਾਂ ਦੇ ਵਿੱਚ ਵੀ ਪੀਰ ਮੋਰੋ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਹੁਣ ਇਹ ਜਿਹੜੀ ਅਸਲੀ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਇਬਾਰਤ ਇਸ ਤਰ੍ਹਾਂ ਹੈ ਕਿ ਹਮ ਅਜ਼ ਪੀਰ ਮੋਰੋ ਹਮ ਅਜ਼ ਪੀਲ ਤਨ ਕਿ ਆਜ਼ਿਜ਼ ਨਵਾਜ਼ਸਤ ਗਾਫਲ ਸ਼ਿਕਨ। ਹੁਣ ਇੱਥੇ ਅਹਿਮ ਗੱਲ ਇਹ ਹੈ ਕਿ ਸਤਿੰਦਰ ਸਰਤਾਜ ਨੇ ਇਹ ਸ਼ੇਰ ਇਸੇ ਰੂਪ ਦੇ ਵਿੱਚ ਬੋਲਿਆ ਹੈ ਜਿਸ ਤਰ੍ਹਾਂ ਦੇ ਨਾਲ ਕਿ ਇਹ ਫਾਰਸੀ ਸਰੋਤਾਂ ਦੇ ਵਿੱਚ ਹੈ। ਤੇ ਉਸ ਵੀਰ ਨੇ ਸਤਿੰਦਰ ਸਰਤਾਜ ਦੇ ਉੱਪਰ ਦੋਸ਼ ਆਇਦ ਕਰਨ ਦੇ ਸਮੇਂ ਇਹ ਗੱਲ ਵਰਤੀ ਹੈ ਕਿ ਸਤਿੰਦਰ ਸਰਤਾਜ ਨੇ ਪਰ ਸ਼ਬਦ ਨੂੰ ਪੀਰ ਬੋਲ ਕੇ ਜਿਹੜੀ ਚੌਪਈ ਸਾਹਿਬ ਜਿਹਦੇ ਨਾਲ ਕਿ ਇਹਦੇ ਇੱਕ ਕਹਿ ਸਕਦੇ ਹੋ ਕਿ ਸੰਬੰਧ ਬਣਦਾ ਸੀ ਕਿ ਜ਼ਫਰਨਾਮਾ ਔਰ ਚੌਪਈ ਸਾਹਿਬ ਗੁਰੂ ਸਾਹਿਬ ਦੀ ਰਚਨਾ ਹੈ, ਉਹਦੀ ਬਹੁਤ ਵੱਡੀ ਬੇਅਦਬੀ ਕੀਤੀ ਹੈ। ਉਸ ਵੀਰ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਜਿੰਨੀਆਂ ਵੀ ਸਾਡੇ ਕੋਲ ਦਸਮ ਦੀਆਂ ਪੁਰਾਤਨ ਬੀੜਾਂ ਨੇ, ਜਿੰਨੇ ਵੀ ਸਾਡੇ ਕੋਲ ਜ਼ਫਰਨਾਮੇ ਦੇ ਖਰੜੇ ਨੇ, ਉਹਨਾਂ ਸਾਰਿਆਂ ਦੇ ਵਿੱਚ ਪੀਰ ਮੋਰੋ ਸ਼ਬਦ ਦੀ ਵਰਤੋਂ ਹੀ ਕੀਤੀ ਗਈ ਹੈ। ਔਰ ਪਰ ਮੋਰੋ ਸ਼ਬਦ ਜਿਹੜਾ ਇਹ ਅਸ਼ੁੱਧੀ ਹੈ, ਜਿਹੜੀ ਕਿ ਸਭ ਤੋਂ ਪਹਿਲਾਂ ਪਿਆਰਾ ਸਿੰਘ ਪਦਮ ਨੇ ਵਰਤੀ ਆਪਣੇ ਖਰੜੇ ਦੇ ਵਿੱਚ। ਸੋ ਮੈਂ ਬਾਰ-ਬਾਰ ਇਹ ਬੇਨਤੀ ਕਰ ਰਿਹਾ ਕਿ ਉਸ ਵੀਰ ਨੇ ਸਿਰਫ ਪਿਆਰਾ ਸਿੰਘ ਪਦਮ ਦੇ ਉਸ ਖਰੜੇ ਨੂੰ ਆਧਾਰ ਬਣਾਇਆ ਜਿਹਦੇ ਵਿੱਚ ਬਹੁਤ ਸਾਰੀਆਂ ਅਸ਼ੁੱਧੀਆਂ ਨੇ, ਔਰ ਇੰਨੀਆਂ ਅਸ਼ੁੱਧੀਆਂ ਵਾਲੇ ਜਾਂ ਤਰੁੱਟੀਆਂ ਵਾਲੇ ਖਰੜੇ ਨੂੰ ਆਧਾਰ ਬਣਾ ਕੇ ਤੁਸੀਂ ਸ਼ੁੱਧ ਖਰੜਿਆਂ ਦਾ ਖੰਡਨ ਨਹੀਂ ਕਰ ਸਕਦੇ। ਸੋ ਜਿਹੜਾ ਸਤਿੰਦਰ ਸਰਤਾਜ ਨੇ ਪੀਰ ਮੋਰੋ ਸ਼ਬਦ ਉਚਾਰਿਆ ਹੈ ਤੇ ਜਿਹੜਾ ਲਿਖਿਆ ਹੈ, ਉਹ ਬਿਲਕੁਲ ਜਿੰਨੇ ਵੀ ਸਾਡੇ ਕੋਲ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ 21 ਜਿਹੜੇ ਖਰੜੇ ਮੇਰੀ ਲਾਇਬ੍ਰੇਰੀ ਦੇ ਵਿੱਚ ਮੌਜੂਦ ਨੇ, ਉਹਨਾਂ ਸਾਰਿਆਂ ਦੇ ਵਿੱਚ ਕਿ ਪਿਆਰਾ ਸਿੰਘ ਪਦਮ ਵਾਲਾ ਖਰੜਾ ਛੱਡ ਕੇ ਸਾਰਿਆਂ ਦੇ ਵਿੱਚ ਜਿਹੜੇ ਉਹ ਉਚਾਰਨ ਤੇ ਉਹਦੀ ਜਿਹੜੀ ਲਿਖਤ ਹੈ ਉਹ ਪੀਰ ਮੋਰੋ ਹੀ ਹੈ। ਤੇ ਜਿਹੜੇ ਅਰਥ ਨੇ ਉਹ ਦੋ ਰੂਪਾਂ ਦੇ ਵਿੱਚ ਨੇ। ਉਹ ਇਸ ਤਰ੍ਹਾਂ ਹੈ ਕਿ ਮੋਰੋ ਕੀੜੀ ਦੇ ਵਾਸਤੇ ਸ਼ਬਦ ਵਰਤਿਆ ਜਾਂਦਾ ਹੈ, ਤੇ ਜਿਹੜਾ ਪੀਰ ਸ਼ਬਦ ਹੈ ਇਹਦੇ ਕਈ ਅਰਥ ਨੇ। ਭਾਵੇਂ ਕਿ ਉਸ ਵੀਰ ਨੇ ਕਿਹਾ ਕਿ ਪੀਰ ਸ਼ਬਦ ਉੱਚੇ ਦੇ ਵਾਸਤੇ ਜਾਂ ਇਸ ਤਰ੍ਹਾਂ ਵਰਤਿਆ ਜਾਂਦਾ, ਇਸ ਕਰਕੇ ਇੱਥੇ ਵਰਤੋਂ ਨਹੀਂ ਹੋਣੀ ਚਾਹੀਦੀ ਸੀ, ਪਰ ਪੀਰ ਸ਼ਬਦ ਬੁੱਢੇ ਦੇ ਵਾਸਤੇ ਵੀ ਵਰਤਿਆ ਜਾਂਦਾ ਹੈ। ਹੁਣ ਇਹਦੇ ਸਾਡੇ ਜਿਸ ਤਰ੍ਹਾਂ ਕਿ ਤੁਸੀਂ ਖਰੜਾ ਵੇਖ ਸਕਦੇ ਹੋ, ਜਿਹੜਾ ਆਪਣਾ ਪੰਡਿਤ ਨਰੈਣ ਸਿੰਘ ਹੁਣਾਂ ਦਾ ਜਿਹੜੇ ਵਿਦਿਆ ਮਾਰਤੰਡ ਸੀ ਮੁਜੰਗਾਂ ਵਾਲੇ, ਉਹਨਾਂ ਨੇ ਆਪਣੇ ਖਰੜੇ ਦੇ ਵਿੱਚ ਪੀਰ ਔਰ ਅਜ਼ ਮੋਰੋ ਸ਼ਬਦ ਜਿਹੜਾ ਹੈ ਉਹਨੂੰ ਦੋ ਰੂਪਾਂ 'ਚ ਰੱਖਿਆ ਕਿ ਉਹਨਾਂ ਨੇ ਪੀਰ ਸ਼ਬਦ ਜਿਹੜਾ ਉਹ ਵਰਤਿਆ ਹੈ ਕਿ ਜਵਾਨੀ ਤੋਂ ਬੁਢਾਪੇ ਤੱਕ ਤੇ ਕੀੜੀ ਤੋਂ ਹਾਥੀ ਤੱਕ ਉਹ ਪਰਮਾਤਮਾ ਜਿਹੜਾ ਉਹ ਰੱਖਿਆ ਕਰਦਾ ਹੈ। ਦੂਜੇ ਬੰਦੇ ਜਿਹੜੇ ਨਵੀਨਤਮ ਖਰੜੇ ਨੇ, ਉਹਨਾਂ ਦੇ ਵਿੱਚ ਪੀਰ ਮੋਰੋ ਸ਼ਬਦ ਨੂੰ ਇਸ ਤਰ੍ਹਾਂ ਦੇ ਨਾਲ ਅਨੁਵਾਦਿਤ ਕੀਤਾ ਗਿਆ ਹੈ ਕਿ ਬੁੱਢੀ ਕੀੜੀ, ਭਾਵ ਕਿ ਕੀੜੀ ਦੀ ਵੀ ਇੱਕ ਬੜੀ ਮਾੜੀ ਅਵਸਥਾ ਕਿ ਬੁੱਢੀ ਕੀੜੀ ਤੋਂ ਲੈ ਕੇ, ਪੀਰ ਦਾ ਅਰਥ ਬੁੱਢਾ ਵੀ ਹੁੰਦਾ ਹੈ, ਕਿ ਬੁੱਢੀ ਕੀੜੀ ਤੋਂ ਲੈ ਕੇ ਹਾਥੀ ਤੱਕ ਜਿਹੜਾ ਉਹ ਪਰਮਾਤਮਾ ਉਹ ਰੱਖਿਆ ਕਰਦਾ ਹੈ। ਇਸੇ ਤਰ੍ਹਾਂ ਫੀਲਤਨ ਸ਼ਬਦ ਜਿਹੜਾ ਹੈ ਉਹ ਜੇ ਤੁਸੀਂ ਵੇਖੋ ਕਿ ਆ ਜਿਹੜਾ ਭਾਈ ਮਨੀ ਸਿੰਘ ਹੁਣਾਂ ਦੇ ਉਤਾਰਿਆ ਜਿਹੜੀ ਲਿਖਤ ਦਾ ਉਤਾਰਾ ਹੈ, ਉਹਦੇ ਵਿੱਚ ਫੀਰਤਨ ਸ਼ਬਦ ਦੀ ਵਰਤੋਂ ਹੋਈ ਹੈ। ਪਰ ਜਿੰਨੇ ਵੀ ਸਾਡੇ ਕੋਲ ਫਾਰਸੀ ਦੇ ਮੂਲ ਸਰੋਤ ਨੇ, ਜਿਹੜੇ ਤੁਸੀਂ ਵੇਖ ਸਕਦੇ ਹੋ ਕਿ ਆ ਨਾਨਕ ਚੰਦ ਨਾਜ਼ ਹੁਣਾਂ ਵਾਲਾ, ਉਹਦੇ ਵਿੱਚ ਵੀ ਪੀਲਤਨ। ਉਸ ਤੋਂ ਬਾਅਦ ਜਿਹੜਾ ਆ ਫਾਰਸੀ ਦਾ ਪੱਥਰ ਛਾਪੇ ਵਾਲਾ ਖਰੜਾ ਹੈ, ਉਹਦੇ ਵਿੱਚ ਵੀ ਪੀਲਤਨ। ਜਿਹੜਾ ਰਤਨ ਸਿੰਘ ਜੱਗੀ ਹੁਣਾਂ ਵਾਲਾ ਖਰੜਾ ਹੈ, ਉਹਦੇ ਵਿੱਚ ਵੀ ਪੀਲਤਨ।
ਇਸੇ ਤਰ੍ਹਾਂ ਨਰੈਣ ਸਿੰਘ ਹੋਣਾ ਵਾਲੇ ਖਰੜੇ ਦੇ ਵਿੱਚ ਵੀ ਪੀਲਤਨ, ਇਹ ਸਾਰੇ ਖਰੜਿਆਂ ਦੇ ਵਿੱਚ ਪੀਲਤਨ ਸ਼ਬਦ ਦੀ ਵਰਤੋਂ ਹੋਈ ਹੈ ਤੇ ਕੁਝ ਇੱਕ ਖਰੜਿਆਂ ਦੇ ਵਿੱਚ ਫੀਲਤਨ ਸ਼ਬਦ ਦੀ ਵਰਤੋਂ ਹੋਈ ਹੈ, ਪਰ ਅਰਥਾਂ ਦੇ ਅਨਰਥ ਜਿਹੜੇ ਨੇ ਉਹ ਕਿਸੇ ਵੀ ਖਰੜੇ ਦੇ ਵਿੱਚ ਨਹੀਂ ਹੋਏ। ਜੇ ਸਭ ਤੋਂ ਵੱਧ ਅਸ਼ੁੱਧੀ ਹੈ ਤਾਂ ਉਹ ਪਿਆਰਾ ਸਿੰਘ ਪਦਮ ਵਾਲੇ ਖਰੜੇ ਦੇ ਵਿੱਚ ਹੈ। ਤੇ ਮੈਂ ਇਸ ਗੱਲ ਨੂੰ ਫਿਰ ਦੁਹਰਾ ਰਿਹਾ ਕਿ ਉਸ ਵੀਰ ਨੇ ਪਿਆਰਾ ਸਿੰਘ ਪਦਮ ਦੇ ਖਰੜੇ ਨੂੰ ਆਧਾਰ ਬਣਾ ਕੇ ਜਿਹੜੇ ਬਹੁਤ ਹੀ ਕੀਮਤੀ ਹੱਥ ਲਿਖਤ ਖਰੜੇ ਸੀ ਉਹਨਾਂ ਨੂੰ ਜਿਹੜਾ ਨਜ਼ਰ ਅੰਦਾਜ਼ ਕੀਤਾ ਹੈ, ਉਹ ਮੇਰੇ ਖਿਆਲ ਦੇ ਨਾਲ ਇੱਕ ਬਹੁਤ ਵੱਡੀ ਉਹਨਾਂ ਦੀ ਉਸ ਕਹਿ ਸਕਦੇ ਹਾਂ ਕਿ ਗੋਸ਼ਟ ਦੇ ਵਿੱਚ ਇੱਕ ਤਰੁੱਟੀ ਰਹਿ ਗਈ ਹੈ। ਮੈਂ ਫਿਰ ਕਹਿੰਦਾ ਕਿ ਜ਼ਫਰਨਾਮਾ ਜੇਕਰ ਸਤਿੰਦਰ ਸਰਤਾਜ ਨੇ ਗਾਇਆ ਹੈ ਤਾਂ ਜੇਕਰ ਉਹਦੇ ਵਿੱਚ ਤਰੁੱਟੀਆਂ ਨੇ, ਅਸ਼ੁੱਧੀਆਂ ਨੇ, ਤਾਂ ਉਸ ਦੀ ਆਲੋਚਨਾ ਜ਼ਰੂਰੀ ਹੈ, ਮੇਰਾ ਵੀ ਫਰਜ਼ ਬਣਦਾ ਹੈ। ਪਰ ਜੇਕਰ ਸਤਿੰਦਰ ਸਰਤਾਜ ਦਾ ਗਾਇਆ ਹੋਇਆ ਜਾਂ ਲਿਖਿਆ ਹੋਇਆ ਜ਼ਫਰਨਾਮਾ ਜਿਹੜਾ ਉਸਨਾਂ ਨੇ ਪੇਸ਼ ਕੀਤਾ ਹੈ, ਜੇਕਰ ਉਹ ਪੁਰਾਤਨ ਸਰੋਤਾਂ ਦੇ, ਸਾਡੇ ਦਸਮ ਗ੍ਰੰਥ ਦੇ ਖਰੜਿਆਂ ਦੇ ਔਰ ਜਿੰਨੇ ਵੀ ਸੰਪਰਦਾਵਾਂ ਦੇ ਵਿੱਚ ਵਰਤੇ ਜਾਂਦੇ ਜ਼ਫਰਨਾਮੇ ਦੇ ਖਰੜੇ ਨੇ ਉਹਨਾਂ ਦੇ ਅਨੁਕੂਲ ਹੈ, ਤਾਂ ਅਸੀਂ ਇੱਕ ਖਰੜੇ ਨੂੰ ਆਧਾਰ ਬਣਾ ਕੇ ਇਹ ਜਿਹੜੀਆਂ ਸਾਡੀਆਂ ਸੰਪਰਦਾਵਾਂ ਨੇ, ਜਿਹੜੀਆਂ ਉਹਨਾਂ ਦੀਆਂ ਵਿਆਖਿਆ ਪ੍ਰਣਾਲੀਆਂ ਨੇ, ਉਹਨਾਂ ਦੇ ਉੱਪਰ ਇਸ ਰੂਪ 'ਚ ਕਿੰਤੂ ਨਹੀਂ ਕਰ ਸਕਦੇ। ਕਿਉਂਕਿ ਮੇਰੇ ਖਿਆਲ ਦੇ ਨਾਲ ਰਤਨ ਸਿੰਘ ਜੱਗੀ ਹੋਣਾ ਤੋਂ ਪਹਿਲਾਂ ਸਾਰੀਆਂ ਸੰਪਰਦਾਵਾਂ ਦੇ ਵਿੱਚ ਦਸਮ ਗ੍ਰੰਥ ਦਾ ਜਿਹੜਾ ਅਨੁਵਾਦ ਸੀ ਉਹ ਨਰੈਣ ਸਿੰਘ ਮੁਜੰਗਾ ਵਾਲਿਆਂ ਦਾ ਹੀ ਜਿਹੜਾ ਸੀ ਉਹ ਕਰਵਾਇਆ ਜਾਂਦਾ ਸੀ, ਉਹਨਾਂ ਦੀ ਵਿਆਖਿਆ ਨੂੰ ਹੀ ਪ੍ਰਮਾਣਿਤ ਮੰਨਿਆ ਜਾਂਦਾ ਸੀ। ਔਰ ਉਹਦੇ ਵਿੱਚ ਵੀ ਪੀਰ ਮੋਰੋ ਸ਼ਬਦੀ ਹੈ, ਅਸ਼ੁੱਧੀ ਜਿਹੜੀ ਹੈ ਇਸ ਵੀਰ ਵੱਲੋਂ ਵਰਤੇ ਖਰੜੇ ਦੇ ਵਿੱਚ ਹੈ, ਨਾ ਕਿ ਪੁਰਾਤਨ ਖਰੜਿਆਂ ਦੇ ਵਿੱਚ। ਇਸੇ ਤਰ੍ਹਾਂ ਹੀ ਸਤਿੰਦਰ ਸਰਤਾਜ ਦੇ ਵੱਲੋਂ ਜਦੋਂ ਆਪਣੇ ਗਾਇਨ ਦੇ ਵਿੱਚ ਤੇ ਲਿਖਤ ਦੇ ਵਿੱਚ ਜ਼ਫਰਨਾਮੇ ਦੇ ਇੱਕ ਸ਼ੇਰ ਨੂੰ ਉਚਾਰਨ ਕੀਤਾ ਗਿਆ ਕਿ ਖੁਸ਼ ਗੁਫਤ ਫਿਰਦੋਸੀਏ ਖੁਸ਼ ਜ਼ੁਬਾਂ ਸ਼ਤਾਬੀ ਬਵਦ ਕਾਰੇ ਆਹਰ ਮਨਾ। ਹੁਣ ਉਹਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਇਹ ਕਿੰਤੂ ਕੀਤਾ ਕਿ ਸਤਿੰਦਰ ਸਰਤਾਜ ਨੇ ਆਹਰ ਮਨਾ ਦੀ ਜਗ੍ਹਾ ਤੇ ਆਹਰ ਮਨਾਨ ਸ਼ਬਦ ਦੀ ਵਰਤੋਂ ਕੀਤੀ ਹੈ। ਉਹ ਮੈਂ ਫਿਰ ਬੇਨਤੀ ਕਰ ਦੇਵਾਂ ਕਿ ਉਹਨਾਂ ਨੇ ਸ਼ਾਇਦ ਕੇਵਲ ਤੇ ਕੇਵਲ ਜਿਹੜੇ ਖਰੜੇ ਨੂੰ ਆਧਾਰ ਬਣਾਇਆ ਹੈ ਇਹ ਉਸ ਦੀ ਤਰੁੱਟੀ ਹੈ। ਹੁਣ ਮੈਂ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਨਾਨਕ ਚੰਦ ਨਾਜ਼ ਵਾਲਾ ਜਿਹੜਾ ਖਰੜਾ ਹੈ ਇਹਨੂੰ ਰੱਖਣਾ ਚਾਹੁੰਦਾ ਕਿ ਇਹਦੇ ਵਿੱਚ ਆਹਰ ਮਨਾ ਸ਼ਬਦ ਹੀ ਹੈ, ਨੂਨ ਦੇ ਨਾਲ ਆਹਰ ਮਨਾਨ। ਇਸੇ ਤਰ੍ਹਾਂ ਜਿਹੜਾ ਪੱਥਰ ਛਾਪੇ ਦਾ ਫਾਰਸੀ ਵਾਲਾ ਖਰੜਾ ਹੈ ਉਹਦੇ ਵਿੱਚ ਵੀ ਆਹਰ ਮਨਾਨ ਸ਼ਬਦ ਵਰਤਿਆ ਗਿਆ, ਭਾਵ ਕਿ ਇਹਨਾਂ ਦੋ ਖਰੜਿਆਂ ਦੇ ਵਿੱਚ ਨੂਨ ਦੇ ਨਾਲ ਹੀ ਵਰਤਿਆ ਗਿਆ। ਇਹ ਗੱਲ ਵੱਖਰੀ ਹੈ ਕਿ ਇੱਕ ਥਾਂ ਤੇ ਅੱਧਾ ਨੂਨ ਵਰਤਿਆ ਗਿਆ ਔਰ ਇੱਕ ਥਾਂ ਤੇ ਪੂਰਾ ਨੂਨ ਵਰਤਿਆ ਗਿਆ। ਹੁਣ ਇਸ ਸਾਰੇ ਦਾ ਨਖੇੜਾ ਕਰਨ ਦੇ ਵਾਸਤੇ ਅਸੀਂ ਹੋਰ ਅੱਗੇ ਜਾਂਦੇ ਹਾਂ, ਉਹ ਹੈ ਡਾਕਟਰ ਗੁਰਦੇਵ ਸਿੰਘ ਪੰਦੇਹਲ ਦਾ ਜਿਹੜਾ ਅਨੁਵਾਦਿਤ ਜ਼ਫਰਨਾਮੇ ਦਾ ਖਰੜਾ ਹੈ, ਜਿਹੜਾ ਕਿ ਮੈਨੂੰ ਫਾਰਸੀ ਔਰ ਪੰਜਾਬੀ ਦੇ ਅਨੁਵਾਦ ਦੇ ਉਚਾਰਨ ਔਰ ਅਰਥ ਭਾਵ ਤੋਂ ਕਾਫੀ ਵਧੀਆ ਲੱਗਦਾ ਹੈ। ਹੁਣ ਜਦੋਂ ਤੁਸੀਂ ਉਸ ਖਰੜੇ ਦੇ ਵਿੱਚ ਵੇਖੋਗੇ ਤਾਂ ਉਹਨਾਂ ਨੇ ਆਹਰ ਮਨਾ ਦੇ ਵਿੱਚ ਨੂਨ ਸ਼ਬਦ ਜਿਹੜਾ ਉਹ ਅੱਧਾ ਵਰਤਿਆ। ਜਿਹੜੇ ਸਾਡੇ ਪੰਜਾਬੀ ਗੁਰਮੁਖੀ ਦੇ ਖਰੜੇ ਨੇ ਉਹਨਾਂ ਦੇ ਵਿੱਚ ਇਹ ਸ਼ਬਦ ਜਿਹੜਾ ਹੈ ਉਹ ਐੜੇ ਨੂੰ ਕੰਨੇ ਦੇ ਨਾਲ ਵੀ ਹੈ, ਹਾਹੇ ਨੂੰ ਸਿਹਾਰੀ ਦੇ ਨਾਲ ਵੀ ਹੈ, ਹਾਹਾ ਮੁਕਤਾ ਦੇ ਨਾਲ ਹੀ ਵੀ ਹੈ। ਇਸੇ ਤਰ੍ਹਾਂ ਮਨਾ ਸ਼ਬਦ ਜਿਹੜਾ ਹੈ ਉਹ ਮੰਮਾ ਔਰ ਨੰਨੇ ਨੂੰ ਕੰਨਾ ਵੀ ਹੈ ਔਰ ਮੰਮਾ ਔਰ ਨੰਨੇ ਨੂੰ ਕੰਨਾ ਔਰ ਉੱਪਰ ਬਿੰਦੀ ਵੀ ਹੈ। ਸੋ ਆਹਰ ਮਨਾ ਤੇ ਆਹਰ ਮਨਾ ਇਹ ਜਿਹੜਾ ਸ਼ਬਦ ਸਾਡੇ ਪੰਜਾਬੀ ਖਰੜਿਆਂ ਦੇ ਵਿੱਚ ਮਿਲਦਾ ਹੈ, ਇਹ ਤੁਸੀਂ ਵੇਖ ਸਕਦੇ ਹੋ ਕਿ ਆ ਜਿਹੜੀ ਪੰਜਾਬੀ ਦੀ ਹੱਥ ਲਿਖਤ ਖਰੜੇ ਦੀ ਹੈ ਉਹਦੇ ਵਿੱਚ ਮਨਾ ਸ਼ਬਦ ਹੈ। ਇਸ ਤਰ੍ਹਾਂ ਇਹ ਸਾਡੇ ਪੰਜਾਬੀ ਖਰੜਿਆਂ 'ਚ ਮਿਲਦਾ ਹੈ। ਹੁਣ ਅਸੀਂ ਵੇਖਣਾ ਹੈ ਕਿ ਸਤਿੰਦਰ ਸਰਤਾਜ ਨੇ ਆਪਣੀ ਲਿਖਤ ਦੇ ਵਿੱਚ ਮਨਾਨ ਸ਼ਬਦ ਦੀ ਵਰਤੋਂ ਕੀਤੀ ਹੈ, ਜਿਹੜਾ ਕਿ ਉਸ ਵੀਰ ਵੱਲੋਂ ਕਿਹਾ ਗਿਆ ਕਿ ਬਹੁਤ ਵੱਡੀ ਤਰੁੱਟੀ ਹੈ। ਬਿਲਕੁਲ ਤਰੁੱਟੀ ਨਹੀਂ ਹੈ। ਮੈਂ ਫਿਰ ਬੇਨਤੀ ਕਰ ਦੇਵਾਂ ਕਿ ਜਦੋਂ ਅਸੀਂ ਕਿਸੇ ਪੁਰਾਣੇ ਇਤਿਹਾਸਕ ਖਰੜੇ ਦੀ ਖੋਜ ਪੜਤਾਲ ਔਰ ਉਸ ਦਾ ਆਲੋਚਨਾਤਮਕ ਅਧਿਐਨ ਕਰਨਾ ਹੁੰਦਾ ਹੈ ਤੇ ਉਹ ਕੇਵਲ ਇੱਕ ਫਾਰਸੀ ਪੰਜਾਬੀ ਦਾ ਕੋਸ਼ ਰੱਖ ਕੇ ਜਾਂ ਜ਼ਫਰਨਾਮੇ ਦਾ ਇੱਕ ਜਿਹੜਾ ਅਸ਼ੁੱਧ ਖਰੜਾ ਰੱਖ ਕੇ ਨਹੀਂ ਕੀਤਾ ਜਾਂਦਾ। ਉਹਦੇ ਵਾਸਤੇ ਸਾਨੂੰ ਉਹਦੇ ਮੂਲ ਸਰੋਤ ਜਿਹੜੇ ਹੁੰਦੇ ਨੇ ਉਹਨਾਂ ਨੂੰ ਵਾਚਣਾ ਪੈਂਦਾ ਹੈ। ਸੋ ਉਹਨਾਂ ਮੂਲ ਸਰੋਤਾਂ ਦੇ ਵਿੱਚ ਜਿਹੜੇ ਸਾਡੇ ਫਾਰਸੀ ਔਰ ਉਰਦੂ ਦੇ ਸਰੋਤ ਨੇ ਉਹਨਾਂ ਦੇ ਵਿੱਚ ਮਨਾਨ ਸ਼ਬਦ ਨੂਨ ਦੇ ਨਾਲ ਔਰ ਅੱਧੇ ਨੂਨ ਦੇ ਨਾਲ ਮਿਲਦਾ ਹੈ। ਹੁਣ ਸਤਿੰਦਰ ਸਰਤਾਜ ਨੇ, ਮੈਂ ਫਿਰ ਬੇਨਤੀ ਕਰ ਦੇਵਾਂ ਕਿ ਜਿਹੜੀ ਉਚਾਰਨ ਔਰ ਲਿਖਣ ਬਿਦ ਦੇ ਵਿੱਚ ਇੱਕ ਨਵਾਂ ਰੂਪ ਦਿੱਤਾ ਹੈ ਉਹ ਅਹਿਮ ਇਹ ਹੈ ਕਿ ਉਸਨੇ ਆਹਰ ਮਨਾ ਮਨਾਨ ਲਿਖਣ ਦੇ ਨਾਲ ਜਿਹੜਾ ਆਖਰੀ ਨੰਨਾ ਸੀ ਉਸ ਦੇ ਹੇਠ ਜਿਹੜੀ ਸੀ ਉਸਨੇ ਤਸਗੀਰ ਕਰ ਦਿੱਤੀ ਹੈ ਕਿ ਤਸ਼ਦੀਦ ਦਿੰਦਿਆਂ ਹੋਇਆਂ ਉਸ ਦਾ ਅੱਧਾ ਉਚਾਰਨ ਕਰ ਦਿੱਤਾ ਹੈ ਕਿ ਆਹਰ ਮਨਾ ਉਚਾਰਿਆ ਜਾਵੇ। ਔਰ ਮੈਂ ਸੋਚਦਾ ਹਾਂ ਕਿ ਉਚਾਰਨ ਬਿਦ ਦੇ ਵਿੱਚ
ਉਸਨੇ ਇੱਕ ਬਹੁਤ ਵਧੀਆ ਕਾਰਜ ਕੀਤਾ ਹੈ ਕਿ ਜਿਹੜੇ ਸਾਡੇ ਸਿੱਖਿਆਰਥੀ ਜਾਂ ਅਗਲੇ ਨੌਜਵਾਨ ਵੀਰਾਂ ਨੇ ਗੁਰਮੁਖੀ ਦੇ ਵਿੱਚ ਜ਼ਫਰਨਾਮਾ ਪੜ੍ਹਦਿਆਂ ਹੋਇਆਂ ਉਹਦਾ ਉਚਾਰਨ ਫਾਰਸੀ ਭਾਸ਼ਾ ਦੇ ਰੂਪ ਚ ਕਰਨਾ ਹੈ, ਤਾਂ ਉਹਨਾਂ ਦੇ ਵਾਸਤੇ ਇਹ ਜਿਹੜੀ ਤਸ਼ਦੀਦ ਦੀ ਵਰਤੋਂ ਭਾਵ ਕਿ ਅੱਖਰ ਨੂੰ ਤਸਗੀਰ ਕੀਤਾ ਗਿਆ, ਇਹ ਬੜੀ ਅਹਿਮ ਗੱਲ ਹੈ। ਸੋ ਉਹਦੇ ਵਿੱਚ ਉਚਾਰਨ ਜਿਹੜਾ ਹੈ ਉਹ ਸਤਿੰਦਰ ਸਰਤਾਜ ਦਾ ਜਿਹੜੇ ਸਾਡੇ ਫਾਰਸੀ ਔਰ ਉਰਦੂ ਦੇ ਔਰ ਪੰਜਾਬੀ ਦੇ ਜਿਹੜੇ ਪੁਰਾਤਨ ਖਰੜੇ ਨੇ ਉਹਨਾਂ ਦੇ ਬਿਲਕੁਲ ਅਨੁਕੂਲ ਹੈ। ਉਸ ਤੋਂ ਬਾਅਦ ਇੱਕ ਮੁੱਦਾ ਇਵੇਂ ਦਾ ਚੁੱਕਿਆ ਗਿਆ ਜਿਸ ਨੂੰ ਇਸ ਤਰ੍ਹਾਂ ਦੇ ਨਾਲ ਪੇਸ਼ ਕੀਤਾ ਗਿਆ ਕਿ ਜਿਵੇਂ ਸਤਿੰਦਰ ਸਰਤਾਜ ਨੇ ਆਪਣੇ ਗਾਇਨ ਦੇ ਵਿੱਚ ਗੁਰੂ ਸਾਹਿਬ ਦੇ ਇਖਲਾਕ ਪ੍ਰਤੀ ਕੋਈ ਐਵੇਂ ਦੀ ਸ਼ਬਦਾਵਲੀ ਵਰਤੀ ਗਈ ਹੋਵੇ। ਸੋ ਉਹ ਜਿਹੜਾ ਜ਼ਫਰਨਾਮੇ ਦਾ ਸ਼ੇਰ ਹੈ ਉਹ ਹੈ ਬਸੇ ਹਮਲਾ ਕਰਦਨ ਬਸੇ ਜ਼ਖਮ ਖੁਰਦ ਦੁਕਸਰਾ ਬਜ਼ਾਂ, ਕਈਆਂ ਥਾਵਾਂ ਤੇ ਬਜ਼ਾਂ ਹੈ ਔਰ ਕਈਆਂ ਤੇ ਕਈ ਖਰੜਿਆਂ ਦੇ ਵਿੱਚ ਬਜ਼ਨ ਵੀ ਹੈ। ਬਜ਼ਨ ਕੁਛ ਤੋਂ ਜ਼ਨ ਹਮ ਸਪੁਰਦ। ਹੁਣ ਇਹ ਇੱਥੇ ਸ਼ਬਦ ਉਹਨਾਂ ਨੇ ਕਿਹਾ ਹੈ ਕਿ ਸਤਿੰਦਰ ਸਰਤਾਜ ਨੇ ਇੱਥੇ ਜ਼ਨ ਹਮ ਸਪੁਰਦ ਕਿਹਾ ਹੈ, ਤੇ ਜਿਹੜਾ ਜਨ ਸ਼ਬਦ ਹੈ ਫਾਰਸੀ ਦੇ ਵਿੱਚ ਔਰਤ ਦੇ ਵਾਸਤੇ ਵਰਤਿਆ ਜਾਂਦਾ ਹੈ। ਸੋ ਪਹਿਲੀ ਮੈਂ ਬੇਨਤੀ ਤੇ ਇਹ ਕਰ ਦੇਵਾਂ ਕਿ ਤੁਸੀਂ ਆ ਵੇਖ ਸਕਦੇ ਹੋ ਕਿ ਉਰਦੂ ਦੇ ਖਰੜੇ ਦੇ ਵਿੱਚ ਦੋ ਭੇਦ ਨੇ, ਫਾਰਸੀ ਵਾਲੇ ਤੇ ਉਰਦੂ ਦੇ ਵਿੱਚ। ਇੱਕ 'ਚ ਹੈ ਹਮ ਜਾਂ ਸਪੁਰਦ, ਇੱਕ ਹੈ ਜਾਨ ਹਮ ਸਪੁਰਦ। ਇੱਕ ਖਰੜੇ ਦੇ ਵਿੱਚ ਹੈ ਜ਼ ਹਮ ਸਪੁਰਦ। ਸੋ ਇਹਦੇ ਵਿੱਚ ਜਦੋਂ ਮੈਂ ਸਤਿੰਦਰ ਸਰਤਾਜ ਨੂੰ ਇਸ ਤਰੁੱਟੀ ਵੱਲ ਧਿਆਨ ਦਿਵਾਇਆ ਤਾਂ ਇਹਦੇ ਵਿੱਚ ਉਹਦੀ ਜਿਹੜੀ ਗਾਇਨ ਸ਼ੈਲੀ ਹੈ, ਜਿਹੜਾ ਉਸਨੇ ਉਚਾਰਨ ਕੀਤਾ, ਉਹਦੇ 'ਚ ਜ਼ ਸਪੁਰਦ ਵਰਤਿਆ, ਜ਼ ਸਪੁਰਦ, ਜਨ ਸਪੁਰਦ ਨਹੀਂ ਵਰਤਿਆ। ਸੋ ਇੱਥੇ ਜ਼ਨ ਸ਼ਬਦ ਦੇ ਅਰਥ ਔਰਤ ਤਾਂ ਬਣਨੇ ਸੀ ਜੇ ਜਿੱਜੇ ਦੇ ਪੈਰ ਦੇ ਵਿੱਚ ਨੁਕਤੇ ਦੀ ਵਰਤੋਂ ਕਰਕੇ ਜ਼ਨ ਸ਼ਬਦ ਲਿਖਿਆ ਹੁੰਦਾ। ਸੋ ਇੱਥੇ ਘਾਟ ਕੇਵਲ ਇੰਨੀ ਰਹੀ ਹੈ ਕਿ ਜਿਹੜਾ ਉਹਨਾਂ ਦਾ ਟਾਈਪ ਕੀਤਾ ਗਿਆ ਖਰੜਾ ਸੀ ਉਹਦੇ ਵਿੱਚ ਨੰਨੇ ਦੇ ਹੇਠਾਂ ਤਸ਼ਦੀਦ ਨਹੀਂ ਲੱਗੀ, ਜਿਹੜੀ ਕਿ ਬਾਅਦ ਵਿੱਚ ਉਹਨਾਂ ਨੇ ਜਿਹੜੀ ਮੈਨੂੰ PDF ਭੇਜੀ ਉਹਦੇ 'ਚ ਸੋਧ ਕਰ ਦਿੱਤੀ ਹੈ। ਸਿਰਫ ਮੈਨੂੰ ਸਤਿੰਦਰ ਸਰਤਾਜ ਹੁਣਾਂ ਦੀ ਲਿਖਤ ਦੇ ਵਿੱਚ ਇਹ ਇੱਕ ਗਲਤੀ ਲੱਭੀ ਹੈ ਕਿ ਇੱਕ ਨੰਨੇ ਦੇ ਪੈਰ ਹੇਠ ਜਿਹੜਾ ਸੀ ਉਹ ਤਸ਼ਦੀਦ, ਉਹ ਨੁਕਤਾ ਨਹੀਂ ਲਾ ਸਕੇ ਕਿ ਜਿਹੜਾ ਦੀ ਜਿਹੜਾ ਉਚਾਰਨ ਕਰਨਾ ਸੀ ਉਹ ਜ਼ਨ ਜਿਹੜਾ ਪੜ੍ਹਨ 'ਚ ਜ਼ਨ ਲੱਗਦਾ ਹੈ, ਪਰ ਉਚਾਰਨ ਉਹਨਾਂ ਨੇ ਬਿਲਕੁਲ ਜ਼ ਹਮ ਸਪੁਰਦ ਹੀ ਕੀਤਾ ਹੈ। ਸੋ ਇਹ ਸਿਰਫ ਮੈਨੂੰ ਇੱਕ ਛੋਟੀ ਜੀ ਜਿਹੜੀ ਉਹ ਤਰੁੱਟੀ ਲੱਭੀ, ਔਰ ਇਹ ਵੀ ਤਰੁੱਟੀ ਦਾ ਕਾਰਨ ਜਿਹੜਾ ਹੈ ਸਭ ਤੋਂ ਵੱਡਾ ਇਹ ਹੈ ਕਿ ਇਹ ਜਿਹੜੀ ਉਹਨਾਂ ਨੇ ਤਸ਼ਦੀਦ ਵਰਤੀ ਹੈ ਕਿ ਕਿਸੇ ਅੱਖਰ ਨੂੰ ਤਸਗੀਰ ਕਰਨ ਦੇ ਵਾਸਤੇ, ਇਹ ਪੰਜਾਬੀ ਫੌਂਟ ਦੇ ਵਿੱਚ ਅਜੇ ਤੱਕ ਅਵੇਲੇਬਲ ਨਹੀਂ ਹੈ। ਸੋ ਇਹ ਉਹਨਾਂ ਨੇ ਜਿਹੜੇ ਨੁਕਤੇ ਸੀਗੇ ਉਹ ਹੋਰ ਭਾਸ਼ਾਵਾਂ ਦੇ ਵਿੱਚੋਂ ਚੁੱਕੇ ਤੇ ਉਹ ਮੇਰੇ ਖਿਆਲ ਦੇ ਨਾਲ ਉਹ ਟਾਈਪ ਕਰਨ ਦੇ ਵਿੱਚ ਜਿਹੜਾ ਸੀਗਾ ਉਹ ਕਿਤੇ ਉਹ ਕੋਤਾਹੀ ਰਹਿ ਗਈ, ਪਰ ਉਚਾਰਨ ਦੇ ਵਿੱਚ ਕੋਈ ਗਲਤੀ ਨਹੀਂ ਹੈ। ਇਸੇ ਤਰ੍ਹਾਂ ਔਰੰਗਜ਼ੇਬ ਸ਼ਬਦ ਦੇ ਬਾਰੇ ਆ, ਸਾਡੇ ਬਹੁਤ ਸਾਰੇ ਐਸੇ ਖਰੜੇ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਮੇਰੇ ਕੋਲ ਆ ਕੇ ਉਹਨਾਂ ਖਰੜਿਆਂ ਦਾ ਅਧਿਐਨ ਕਰ ਸਕਦੇ ਹੋ। ਜਿਸ ਮੇਰੇ ਵੀਰ ਨੇ ਇਸ ਮੁੱਦੇ ਨੂੰ ਉਠਾਇਆ, ਮੈਂ ਇਹਨਾਂ ਦਾ ਨਾਮ ਖੈਰ ਮੇਰੇ ਦਿਮਾਗ ਦੇ ਵਿੱਚ ਨਹੀਂ ਆ ਰਿਹਾ, ਹਰ ਵੇਲੇ ਸਵਾਗਤ ਹੈ ਕਿ ਕਦੀ ਵੀ ਮੇਰੀ ਲਾਇਬ੍ਰੇਰੀ ਦੇ ਵਿੱਚ ਆ ਕੇ ਜੇਕਰ ਉਹ ਫਾਰਸੀ ਦਾ ਅਧਿਐਨ ਕਰਨਾ ਚਾਹੁੰਦੇ ਨੇ। ਤੇ ਮੇਰੇ ਕੋਲ ਜ਼ਫਰਨਾਮੇ ਦੇ ਨਹੀਂ ਬਲਕਿ ਬਹੁਤ ਸਾਰੀਆਂ ਫਾਰਸੀ ਕਿਤਾਬਾਂ ਦੇ ਜਿਹੜੇ ਖਰੜੇ ਮੂਲ ਸਰੂਤ ਔਰ ਹੱਥ ਲਿਖਤਾਂ ਜਿਹੜੇ ਉਹ ਪਏ ਹੋਏ ਨੇ, ਉਹ ਆ ਕੇ ਚਾਹੇ ਉਹ ਕਾਜ਼ੀ ਨੂਰ ਮੁਹੰਮਦ ਦਾ ਜ਼ੰਗਨਾਮਾ ਹੈ, ਮੁਅੱਸਰ ਆਲਮਗੀਰੀ ਹੈ, ਅਹਿਕਾਮ ਆਲਮਗੀਰੀ ਹੈ, ਜਾਂ ਫਿਰ ਅਖਬਾਰ ਅਤੇ ਦਰਬਾਰੇ ਮੌਲਾ ਹੈ, ਜ਼ੰਗਨਾਮਾ ਹੈ, ਉਹ ਕਿਸੇ ਵੀ ਖਰੜੇ ਦਾ ਜੇਕਰ ਮੇਰਾ ਵੀਰ ਅਧਿਐਨ ਕਰਨਾ ਚਾਹੁੰਦਾ, ਮੈਨੂੰ ਸਗੋਂ ਖੁਸ਼ੀ ਹੈ ਕਿ ਉਸ ਵੀਰ ਨੇ ਕਮ ਸੇ ਕਮ ਸਾਡੇ ਕੋਲ ਫਾਰਸੀ ਦੇ ਵਿਦਵਾਨ ਨਹੀਂ ਸੀ, ਉਸ ਵੀਰ ਨੇ ਪਹਿਲ ਕਦਮੀ ਤਾਂ ਕੀਤੀ ਹੈ, ਪਰ ਉਹਨਾਂ ਦੇ ਕੋਲ ਮੈਂ ਸੋਚਦਾ ਕਿ ਤਰੁੱਟੀ ਉੱਥੇ ਰਹਿ ਗਈ ਕਿ ਉਹਨਾਂ ਨੇ ਜ਼ਫਰਨਾਮੇ ਦੇ ਜਿਹੜੇ ਸਾਰੇ ਫਾਰਸੀ, ਉਰਦੂ ਔਰ ਹੱਥ ਲਿਖਤ ਖਰੜੇ ਸੀ ਉਹਨਾਂ ਦਾ ਅਧਿਐਨ ਨਹੀਂ ਕੀਤਾ, ਤੇ ਜਿਹੜਾ ਉਹਨਾਂ ਨੇ ਆਪਣਾ ਮੂਲ ਆਧਾਰ ਬਣਾਇਆ ਉਹਦੇ ਵਿੱਚ ਤਰੁੱਟੀਆਂ ਸੀ। ਸੋ ਜੋ ਉਹਦਾ ਮੂਲ ਜਿਹੜਾ ਆਧਾਰ ਸੀ ਉਹੀ ਦਰੁਸਤ ਨਾ ਹੋਣ ਕਰਕੇ ਉਹਨਾਂ ਨੂੰ ਇੰਜ ਲੱਗਾ ਕਿ ਸਤਿੰਦਰ ਸਰਤਾਜ ਦੇ ਉਚਾਰਨ ਦੇ ਵਿੱਚ ਜਾਂ ਉਹਦੀ ਲਿਖਤ ਦੇ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਨੇ, ਜਦੋਂ ਕਿ ਮੇਰੇ ਖਿਆਲ ਦੇ ਨਾਲ ਜਿੰਨੇ ਵੀ ਮੈਂ ਹੱਥ ਲਿਖਤ ਖਰੜਿਆਂ ਦਾ ਅਧਿਐਨ ਕੀਤਾ, ਮੈਂ ਇੱਕ ਬੇਨਤੀ ਵੀ ਕਰ ਦੇਵਾਂ ਕਿ ਮੈਂ ਸਤਿੰਦਰ ਸਰਤਾਜ ਦਾ ਕੋਈ ਫੈਨ ਨਹੀਂ, ਮੈਂ ਅਜੇ ਤੱਕ ਉਸ ਨੂੰ ਨਹੀਂ ਸੁਣਿਆ, ਅਜੇ ਤੱਕ ਮੈਂ ਨਹੀਂ ਸੁਣਿਆ। ਮੈਂ ਕੇਵਲ ਤੇ ਕੇਵਲ ਜਦੋਂ ਲਿਖਤ ਦੇ ਵਿੱਚ ਜ਼ਫਰਨਾਮਾ ਦੀ ਸ਼ਿਕਾਇਤ ਆਈ ਹੈ ਤਾਂ ਮੈਂ ਕੇਵਲ ਤੇ ਕੇਵਲ ਉਸ ਦਾ ਉਚਾਰਿਆ ਹੋਇਆ ਜ਼ਫਰਨਾਮਾ ਸੁਣਿਆ। ਇਹ ਨਾ ਕਿਤੇ ਸਮਝ ਲਿਆ ਜਾਵੇ ਕਿ ਸ਼ਾਇਦ ਸਤਿੰਦਰ ਸਰਤਾਜ ਨੂੰ ਕਿਸੇ ਦੋਸ਼ ਤੋਂ ਮੁਕਤ ਕਰਨ ਦੇ ਵਾਸਤੇ ਮੈਂ ਉਹਦੇ ਵੱਲੋਂ ਕੋਈ ਸਪਸ਼ਟੀਕਰਨ ਦੇ ਰਿਹਾ। ਇਹ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਵੱਲੋਂ ਮੈਨੂੰ ਹੁਕਮ ਸੀ ਕਿ ਲਿਖਤੀ ਰਿਪੋਰਟ ਜਿਹੜੀ ਹੈ ਸਾਰੀ ਤਿਆਰ ਕਰਨੀ ਹੈ, ਤੇ ਉਹ ਲਿਖਤੀ ਰਿਪੋਰਟ ਦੇ ਵਿੱਚ ਜਿਹੜੇ ਮੈਂ 21 ਜਿਹੜੇ ਪੁਰਾਤਨ ਖਰੜੇ ਨੇ ਜਿਹੜੀ ਉਹਨਾਂ ਦੀ ਵਰਤੋਂ ਕੀਤੀ ਹੈ, ਉਹਦੀ ਜਿਹੜੀ ਸਾਰੀ ਤਸਵੀਰ ਸੀ
ਸੀ ਉਹ ਤੁਹਾਡੇ ਸਾਹਮਣੇ ਜਿਹੜੀ ਸੀ ਉਹ ਪੇਸ਼ ਕੀਤੀ ਹੈ। ਇੱਕ ਮੁੱਦਾ ਹੋਰ ਉੱਠਿਆ ਸੀ, ਉਹ ਵੈਸੇ ਹੈ ਤਾਂ ਬਹੁਤ ਛੋਟਾ, ਕਿ ਸਰਤਾਜ ਨੇ ਉਹ ਜ਼ਫਰਨਾਮੇ ਦੇ ਥੱਲੇ ਜ਼ਫਰਨਾਮਾ ਬਾਈ ਸਰਤਾਜ ਲਿਖਿਆ ਹੈ। ਖੈਰ ਇਹ ਵਾਕਿਆ ਹੀ ਕਿ ਇਹ ਲੱਗਦਾ ਹੈ ਕਿ ਇਸ ਤਰ੍ਹਾਂ ਨਹੀਂ ਲਿਖਣਾ ਚਾਹੀਦਾ, ਪਰ ਜਦੋਂ ਮੇਰੇ ਖਿਆਲ ਦੇ ਨਾਲ ਜਥੇਦਾਰ ਸਾਹਿਬ ਨੇ ਉਹਨਾਂ ਦਾ ਇਸ ਤਰੁੱਟੀ ਵੱਲ ਧਿਆਨ ਦਵਾਇਆ ਤਾਂ ਉਹਨਾਂ ਨੇ ਸੰਗ ਬਾਏ ਸਰਤਾਜ ਕਿ ਸਰਤਾਜ ਵੱਲੋਂ ਗਾਇਆ ਕਰ ਦਿੱਤਾ ਗਿਆ। ਸੋ ਇਹ ਮੈਂ ਸੋਚਦਾ ਹਾਂ ਕਿ ਇਹ ਕੋਈ ਇੰਨੀ ਵੱਡੀ ਤਰੁੱਟੀ ਨਹੀਂ ਸੀ, ਬਲਕਿ ਇਹ ਜਿਹੜੇ ਵੀਰ, ਜਿਹੜੇ ਫਾਰਸੀ ਦਾ ਨੌਜਵਾਨ ਵੀਰ ਜਿਨ੍ਹਾਂ ਨੇ ਸਤਿੰਦਰ ਸਰਤਾਜ ਦੇ ਜ਼ਫਰਨਾਮੇ ਦੇ ਵਿੱਚ ਤਰੁੱਟੀਆਂ ਕੱਢੀਆਂ ਨੇ, ਉਹ ਫਾਰਸੀ ਦੇ ਖਰੜਿਆਂ ਦੇ ਉੱਪਰ ਅਧਿਐਨ ਕਰ ਰਹੇ ਨੇ। ਤੇ ਮੈਂ ਸੋਚਦਾ ਕਿ ਸਗੋਂ ਸਤਿੰਦਰ ਸਰਤਾਜ ਦੇ ਜ਼ਫਰਨਾਮੇ ਦੇ ਵਿੱਚ ਜੇ ਕੋਈ, ਮੈਂ ਸੋਚਦਾ ਕਿ ਤਰੁੱਟੀ ਲੱਗਦੀ ਹੈ ਤਾਂ ਉਸ ਦੇ ਵਿੱਚ ਸੋਧ ਕਰਕੇ ਇਹਨੂੰ ਵਧੀਆ ਰੂਪ ਦੇ ਵਿੱਚ ਸਮੁੱਚੀ ਕੌਮ ਦੇ ਅੱਗੇ ਰੱਖਿਆ ਜਾਵੇ, ਕਿਉਂਕਿ ਬਹੁਤ ਸਾਰੇ ਸਾਡੇ ਨੌਜਵਾਨ ਨੇ ਜਿਹੜੇ ਕਿ ਜ਼ਫਰਨਾਮੇ ਨੂੰ ਸੁਣਨਾ, ਪੜ੍ਹਨਾ, ਉਸ ਦੀ ਵਿਆਖਿਆ ਦੇ ਉੱਪਰ ਕਾਰਜ ਕਰਨਾ ਚਾਹੁੰਦੇ ਨੇ, ਪਰ ਉਹਨਾਂ ਦੇ ਸਾਹਮਣੇ ਸਮੱਸਿਆ ਇਹ ਹੈ ਕਿ ਸਾਡੇ ਕੋਲ ਜ਼ਫਰਨਾਮੇ ਦੇ ਜਿੰਨੇ ਵੀ ਹੱਥ ਲਿਖਤ ਨੁਸਖੇ ਨੇ ਉਹਨਾਂ ਦੇ ਵਿੱਚ ਲਿਪੀ ਅੰਤਰ ਦੇ ਵਿੱਚ ਆਪਸੀ ਭੇਦ ਬਹੁਤ ਨੇ। ਪਰ ਇਹਨਾਂ ਸਾਰਿਆਂ ਖਰੜਿਆਂ ਦਾ ਅਧਿਐਨ ਕਰਨ ਤੋਂ ਬਾਅਦ ਸਤਿੰਦਰ ਸਰਤਾਜ ਨੇ ਜਿਹੜਾ ਉਚਾਰਨ ਔਰ ਜਿਹੜੀ ਲਿਖਤ ਸਾਡੇ ਸਾਹਮਣੇ ਪੇਸ਼ ਕੀਤੀ ਹੈ ਨਵੇਂ ਰੂਪ ਦੇ ਵਿੱਚ, ਉਸ ਦੇ ਨਾਲ ਮੈਨੂੰ ਇੱਕ ਆਸ ਦੀ ਕਿਰਨ ਜ਼ਰੂਰ ਜਾਗੀ ਹੈ ਕਿ ਹੁਣ ਸਾਡੇ ਨੌਜਵਾਨਾਂ ਦੇ ਕੋਲ ਕਮ ਸੇ ਕਮ ਇੱਕ ਐਸੇ ਖਰੜੇ ਦਾ ਮਾਪਦੰਡ ਨਿਰਧਾਰਿਤ ਕੀਤਾ ਜਾ ਸਕਦਾ ਹੈ ਜਿਸ ਦੇ ਆਧਾਰ ਦੇ ਉੱਪਰ ਉਹ ਗੁਰਮੁਖੀ ਵਿੱਚ ਵੀ ਜ਼ਫਰਨਾਮੇ ਦਾ ਜਿਹੜਾ ਉਹ ਫਾਰਸੀ ਉਚਾਰਨ ਕਰ ਸਕਦੇ ਨੇ। ਸੋ ਫਿਰ ਵੀ ਜੇ ਇਹਦੇ ਨਾਲ ਸੰਬੰਧਿਤ ਕੋਈ ਸਵਾਲ ਹੋਇਆ ਤਾਂ ਜ਼ਰੂਰ ਅੱਗੇ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗਾ। ਅੱਜ ਇੰਨੀਆਂ ਕੀ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।